ਅਸੀਂ ਅਕਸਰ ਸਿਆਣਿਆਂ ਤੋਂ ਸੁਣਦੇ ਰਹੇ ਹਾਂ ਕਿ ਮੌਕਾ ਆਉਣ ਤੇ ਗਧੇ ਨੂੰ ਵੀ ਬਾਪ ਬਣਾ ਲੈਣਾ ਚਾਹੀਦਾ ਹੈ। ਪਰ ਜਿਹੜੀ ਕਹਾਣੀ ਅਸੀਂ ਅੱਜ ਤੁਹਾਨੂੰ ਦੱਸਣ ਲੱਗੇ ਹਾਂ, ਇੱਥੇ ਤਾਂ ਫਿਰ ਵੀ ਬਾਪ ਇੱਕ ਇਨਸਾਨ ਨੂੰ ਬਣਾਇਆ ਗਿਆ ਸੀ। ਪਰ ਸਵਾਲ ਇਹ ਹੈ ਕਿ ਉਸ ਨੂੰ ਬਾਪ ਸਿਰਫ ਉਸ ਦੀ ਜ਼ਮੀਨ ਲਈ ਬਣਾਇਆ ਗਿਆ ਸੀ। ਬਲਜਿੰਦਰ ਕੌਰ ਜੀ ਨੇ ਆਪਣੀ ਵੋਟ ਨੂੰ, ਜਿਸ ਨੂੰ ਇਹਨਾਂ ਨੇ ਡਿਨਾਈ ਕੀਤਾ ਕਿ ਇਹ ਮੇਰੀ ਵੋਟ ਨਹੀਂ ਹੈ, ਇਲੈਕਸ਼ਨ ਕਮਿਸ਼ਨ ਨੂੰ, ਜਿਹੜੀ ਇਲੈਕਸ਼ਨ ਕਮਿਸ਼ਨ ਨੇ ਐਬਸੈਂਟ ਵੋਟ ਦੇ ਵਿੱਚ ਪਾ ਦਿੱਤੀ, ਉਸ ਨੂੰ ਕਿਸੇ ਹੋਰ ਨੇ ਨਹੀਂ, ਬਲਜਿੰਦਰ ਕੌਰ ਨੇ ਖੁਦ ਐਜ਼ ਅ ਸਬੂਤ ਦਿੱਤਾ। ਜਿਹੜੇ ਤਲਵੰਡੀ ਸਾਬੋ ਦੇ ਐਸਡੀਐਮ ਉਸ ਟਾਈਮ ਦੇ ਉੱਤੇ ਇਲੈਕਸ਼ਨ ਦੀ ਜਿਮਣੀ ਚੋਣ ਦੇ ਰਿਟਰਨਿੰਗ ਅਫਸਰ ਸੀ, ਉਹਨਾਂ ਨੇ ਜ਼ਿਲ੍ਹਾ ਚੋਣ ਕਮਿਸ਼ਨਰ ਨੂੰ, ਜੋ ਕਿ ਬਠਿੰਡਾ ਦੇ ਡੀਸੀ ਸੀ, ਉਹਨਾਂ ਨੂੰ, ਡੀਸੀ ਸਾਹਿਬ ਨੂੰ ਲੈਟਰ ਦੇ ਵਿੱਚ ਲਿਖਿਆ ਸੀਗਾ ਕਿ ਜੇ 2 ਵੋਟਾਂ ਹੈ, ਇਸ ਦੀ ਡੂੰਘਾਈ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ। ਉਸ ਦੀ ਮੌਤ ਤੋਂ ਬਾਅਦ ਮੈਂ ਝਗੜੇ ਵਾਲੀ ਜ਼ਮੀਨ ਅਤੇ ਉਸ ਦੀ ਨੌਕਰੀ ਸੰਬੰਧੀ ਸਾਰੇ ਲਾਭਾਂ, ਭੱਤਿਆਂ, ਬਕਾਇਆ ਅਤੇ ਹੋਰ ਮਿਲਣ ਵਾਲੇ ਲਾਭਾਂ ਅਤੇ ਨੌਕਰੀ ਦੀ ਹੱਕਦਾਰ ਹਾਂ, ਕਿਉਂਕਿ ਅਮਰਜੀਤ ਸਿੰਘ ਨੇ ਮੈਨੂੰ ਸਾਲ 1992 ਵਿੱਚ ਗੋਦ ਪਾਇਆ ਸੀ। 26 ਮਾਰਚ ਤੀਜੇ ਮਹੀਨੇ ਦੇ ਵਿੱਚ ਇਹ ਫੈਸਲਾ ਆਇਆ 2011 ਦੇ, ਤੇ ਉਸ ਦੇ 3 ਮਹੀਨੇ ਬਾਅਦ ਹੀ ਜਿਹੜੀ ਇਹਨਾਂ ਦੀ ਦੂਸਰੀ ਵੋਟ ਹੈ, ਜਿਸ ਵੋਟ ਦੇ ਉੱਤੇ ਅੱਜ ਇਹ ਐਮਐਲਏ ਨੇ, ਉਹ ਵੋਟ ਇਹਨਾਂ ਨੇ 3 ਮਹੀਨੇ ਬਾਅਦ ਹੀ ਬਣਾ ਲਿੱਤੀ ਤੇ ਅਮਰਜੀਤ ਸਿੰਘ ਨੂੰ ਪਿਓ ਨਾ ਮੰਨ ਕੇ ਉਹਨਾਂ ਨੇ ਉਹਦੇ ਉੱਤੇ ਦਰਸ਼ਨ ਸਿੰਘ ਦਾ ਨਾਮ ਲਿਖਾ ਦਿੱਤਾ। 2011 ਤੋਂ ਲੈ ਕੇ 2015 ਤੱਕ 2 ਵੋਟਾਂ ਇਕੱਠੀਆਂ ਚੱਲੀਆਂ ਨੇ ਬਲਜਿੰਦਰ ਕੌਰ ਦੀਆਂ। ਤਾਂ ਜਿਹੜਾ ਇਲਜ਼ਾਮ ਬਲਕਾਰ ਸਿੱਧੂ ਨੇ ਲਗਾਇਆ ਸੀ ਕਿ ਇਹਨਾਂ ਦੀ 2 ਵੋਟ ਹੈ, ਉਹ ਬਿਲਕੁਲ ਸਹੀ ਬੈਠਦਾ ਸੀ। ਇੱਕ ਰਿਪੋਰਟ ਗਈ ਹੈ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ 2011 ਤੋਂ 15 ਤੱਕ ਤੁਹਾਡੀਆਂ 2 ਵੋਟਾਂ ਰਹੀਆਂ ਨੇ। ਮੇਰੀਆਂ ਕੋਈ 2 ਵੋਟਾਂ ਨਹੀਂ ਰਹੀਆਂ। ਜੀ ਇੱਕ ਵਾਰੀ ਨੇ ਮੈਂ 100,000 ਵਾਰੀ ਕਲੀਅਰ ਕਰ ਦਿੱਤਾ। ਉਸ ਤੋਂ ਬਾਅਦ ਡਿਸਟ੍ਰਿਕਟ ਇਲੈਕਸ਼ਨ ਅਫਸਰ ਨੇ ਮੰਨਿਆ ਕਿ 2011 ਦੇ ਵਿੱਚ ਵੀ ਬਲਜਿੰਦਰ ਕੌਰ ਦੀ 2 ਵੋਟ ਸੀ, 2012 ਚ ਵੀ 2 ਵੋਟ ਸੀ, 2013 ਚ ਵੀ 2 ਵੋਟ ਸੀ ਤੇ 2014-15 ਦੇ ਵਿੱਚ ਵੀ 2 ਵੋਟ ਸੀ। ਨਹੀਂ, 2 ਵੋਟਾਂ ਤੁਸੀਂ ਮੁੱਦਾ ਚੱਕਿਆ ਸੀ, ਤੁਸੀਂ ਆਪ ਕਹਿ ਰਹੇ ਹੋ ਪ੍ਰੈਸ ਦੇ ਵਿੱਚ, ਤੇ ਫਿਰ ਉਹ ਮੁੱਦਾ ਸੋਲਵ ਹੋ ਗਿਆ ਕਿ ਉਹ ਤਾਂ ਚੱਲੀ ਜਾਂਦਾ ਮੇਰੇ ਖਿਆਲ 'ਚ। ਛੱਡਤਾ ਜੀ, ਕਿਉਂਕਿ ਇੱਥੇ ਪਤਾ ਹੈ ਆਪਣਾ ਹਿੰਦੁਸਤਾਨ ਕਿੱਦਾਂ ਦਾ ਜੀ, ਬਸ ਉੱਥੇ ਖਿਆਲ ਛੱਡਤਾ। ਬਸ ਨਾ ਤਾਂ ਸੁਣਿਆ ਕਿਸੇ ਨੂੰ, ਆਪਣੇ ਨੂੰ ਇਲੈਕਸ਼ਨ ਕਮਿਸ਼ਨ ਨੂੰ ਸੁਣਿਆ, ਨਾ ਡੀਸੀ ਨੂੰ ਸੁਣਿਆ, ਨਾ ਐਸਐਸਪੀ ਨੂੰ ਸੁਣਿਆ। ਠੀਕ ਹੈ ਨਾ, ਫਿਰ ਬਾਕੀ ਚਲੋ ਉਹ ਤਾਂ ਦੂਰ ਦੀ, ਉਹ ਤਾਂ ਬਾਹਰਲੇ ਹੋ ਗਏ ਨਾ ਜੀ, ਉਹ ਤਾਂ ਮਤਲਬ ਬਾਹਰਲੇ ਆਪਣੇ ਘਰ ਵਾਲੇ ਬੰਦਿਆਂ ਨੇ ਵੀ ਨਹੀਂ ਐਕਸ਼ਨ ਲਿਆ ਵੀ ਇਹਨੂੰ ਪਾਰਟੀ ਚੋਂ ਕੱਢੀਏ ਜਾਂ ਕੁਝ, ਤੁਸੀਂ ਗੱਲ ਨਹੀਂ ਕਰਕੇ ਦੇਖੀ? ਨਹੀਂ ਕੀਤੀ ਜੀ। ਮੇਰੇ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ। ਐਡਾਪਸ਼ਨ ਤੋਂ ਬਾਹਰ ਆਉਣ ਦਾ ਕੋਈ ਲੀਗਲ ਪ੍ਰੋਸੀਜਰ ਹੈਗਾ? ਮੈਨੂੰ ਵੀ ਤੁਸੀਂ ਯਾਰ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਪਹਿਲਾਂ ਪੁੱਛਿਆ ਸੀ ਜੀ, ਮੈਂ ਤੁਹਾਡੇ ਤੋਂ ਦਊਂਗਾ, ਮੈਂ ਤੁਹਾਡਾ ਤੋਂ ਦਊਂਗਾ। ਮੇਰੀ ਗੱਲ ਸੁਣੋ, ਮੇਰੇ ਤਾਂ ਹੀ ਲੈਣਾ ਦੇਣਾ ਕਿਸੇ ਨੂੰ ਕੀ ਹੈ ਬਾਈ ਭਰਾਵਾ? ਮੈਮ ਕਿਉਂ ਨਹੀਂ ਲੈਣਾ ਮੈਮ? ਤੁਸੀਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੋ ਜੀ, ਤੁਸੀਂ ਇੱਕ ਸਹੀ ਮੈਸੇਜ ਦੇਣਾ ਲੋਕਾਂ ਨੂੰ। ਮੈਂ ਤਾਂ ਸਿਰਫ ਇਹ ਪੁੱਛ ਰਿਹਾ ਮੈਮ, ਮੈਂ ਮੇਰੀ ਬੇਨਤੀ ਸਵਾਲ ਦਾ ਜਵਾਬ ਦੇ ਦਿੱਤਾ ਆਲਰੇਡੀ, ਇੱਕ ਵਾਰੀ ਨਹੀਂ 1000 ਵਾਰੀ ਦੇ ਦਿੱਤਾ। ਮੈਂ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਹਿੰਦੂ ਐਡਾਪਸ਼ਨਸ ਐਂਡ ਮੇਨਟੇਨੈਂਸ ਐਕਟ 1956 ਦੇ ਤਹਿਤ ਅਸੀਂ ਬਾਹਰ ਫੋਨ ਕੱਟ ਗਏ। ਵਿਰੋਧੀ ਵੀ ਚੁੱਪ ਹੋ ਗਏ, ਵਿਰੋਧੀਆਂ ਨੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਸੀ ਉਹ ਵੀ ਚੁੱਪ ਹੋ ਗਏ, ਪਰ ਗਰੇਵਾਲ ਸਾਹਿਬ ਨੇ ਇਹ ਜੰਗ ਹਾਲੇ ਵੀ ਜਾਰੀ ਰੱਖੀ ਹੋਈ ਹੈ। ਆਖਰ ਕਿਉਂ? ਤੇ ਅੱਜ ਦੀ ਤਰੀਕ ਦੇ ਵਿੱਚ ਇਹ ਹੈ ਕਿ ਮਤਲਬ ਕਿ ਇੱਕ ਐਮਐਲਏ ਨੂੰ ਇੱਕ ਆਮ ਆਦਮੀ ਗਲਤ ਸਾਬਿਤ ਕਰ ਸਕਦਾ ਹੈ ਕਿ ਆਪਣੀ ਨਿਆਂ ਵਿਵਸਥਾ ਇਸ ਦਾ ਮੌਕਾ ਦਿੰਦੀ ਆਮ ਆਦਮੀ ਨੂੰ। ਬਸ ਇਹ ਸਾਬਿਤ ਕਰਨ ਲਈ ਲੱਗੇ ਹੋਏ ਆ ਜੀ। ਅਸੀਂ ਅਕਸਰ ਸਿਆਣਿਆਂ ਤੋਂ ਸੁਣਦੇ ਰਹੇ ਹਾਂ ਕਿ ਮੌਕਾ ਆਉਣ ਤੇ ਗਧੇ ਨੂੰ ਵੀ ਬਾਪ ਬਣਾ ਲੈਣਾ ਚਾਹੀਦਾ ਹੈ। ਪਰ ਜਿਹੜੀ ਕਹਾਣੀ ਅਸੀਂ ਅੱਜ ਤੁਹਾਨੂੰ ਦੱਸਣ ਲੱਗੇ ਹਾਂ, ਇੱਥੇ ਤਾਂ ਫਿਰ ਵੀ ਬਾਪ ਇੱਕ ਇਨਸਾਨ ਨੂੰ ਬਣਾਇਆ ਗਿਆ ਸੀ। ਪਰ ਸਵਾਲ ਇਹ ਹੈ ਕਿ ਉਸ ਨੂੰ ਬਾਪ ਸਿਰਫ ਉਸ ਦੀ ਜ਼ਮੀਨ ਲਈ ਬਣਾਇਆ ਗਿਆ ਸੀ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ, ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਕਹਾਣੀ ਵਿੱਚ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ, ਉਹਨਾਂ ਦਾ ਨਾਮ ਪ੍ਰੋਫੈਸਰ ਬਲਜਿੰਦਰ ਕੌਰ, ਕਿਉਂਕਿ ਸਵਾਲ ਉਹਨਾਂ ਤੇ ਬਹੁਤ ਵੱਡੇ ਖੜੇ ਹੋਏ ਨੇ। ਪਰ ਸਵਾਲ ਇਹ ਵੀ ਹੈ, ਜਿਹੜੇ ਵਿਰੋਧੀ ਉਹਨਾਂ ਦੇ ਉੱਤੇ ਸਵਾਲ ਚੁੱਕਦੇ ਰਹੇ ਨੇ, ਉਹ ਆਖਰ ਚੁੱਪ ਕਿਉਂ ਹੋ ਗਏ? ਪਰ ਇੱਕ ਸ਼ਖਸ ਅਜਿਹਾ ਵੀ ਹੈ ਜੋ ਹੁਣ ਵੀ ਉਸ ਲੜਾਈ ਨੂੰ, ਉਸ ਸੰਘਰਸ਼ ਨੂੰ ਜਾਰੀ ਰੱਖੇ ਹੋਏ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਹਰਮਿਲਾਪ ਸਿੰਘ ਗਰੇਵਾਲ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਗਰੇਵਾਲ ਸਾਹਿਬ, ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਥੈਂਕ ਯੂ ਜੀ, ਥੈਂਕ ਯੂ ਸਾਰੇ ਸਰੋਤਿਆਂ ਦਾ, ਥੈਂਕ ਯੂ ਸਰ। ਮੇਰਾ ਪਹਿਲਾ ਹੀ ਸਵਾਲ ਜਿਵੇਂ ਮੈਂ ਕੀਤਾ ਹੈ, ਵਿਰੋਧੀ ਵੀ ਚੁੱਪ ਹੋ ਗਏ, ਵਿਰੋਧੀਆਂ ਨੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਸੀ ਉਹ ਵੀ ਚੁੱਪ ਹੋ ਗਏ, ਪਰ ਗਰੇਵਾਲ ਸਾਹਿਬ ਨੇ ਇਹ ਜੰਗ ਹਾਲੇ ਵੀ ਜਾਰੀ ਰੱਖੀ ਹੋਈ ਹੈ। ਆਖਰ ਕਿਉਂ? ਦੇਖੋ ਜੀ, ਵਿਰੋਧੀਆਂ ਨੇ ਜਿਨ੍ਹਾਂ ਨੇ ਚੱਕਿਆ ਸੀਗਾ ਇਹ ਮੁੱਦਾ,
ਉਹ ਸਿਆਸੀ ਮਨਸੇ ਨਾਲ ਚੁੱਕਿਆ ਸੀ ਉਹਨਾਂ ਨੇ। ਮੇਰੀ ਲੜਾਈ ਕੋਈ ਸਿਆਸਤ ਵਾਲੀ ਨਹੀਂ ਸੀ, ਨਾ ਮੇਰੀ ਕੋਈ ਨਿੱਜੀ ਰੰਜਿਸ਼ ਹੈ ਬਲਜਿੰਦਰ ਕੌਰ ਦੇ ਖਿਲਾਫ ਜਿਹੜੇ MLA ਨੇ ਹੁਣ ਇਸ ਟਾਈਮ 'ਤੇ। ਮੇਰਾ ਸਿਰਫ ਇਹ ਸੀਗਾ ਵੀ ਇੱਕ ਗਲਤ ਚੀਜ਼ ਹੋਈ ਹੈ ਤਾਂ ਉਸ ਦੇ ਖਿਲਾਫ ਇੱਕ ਆਮ ਆਦਮੀ ਜੰਗ ਕਿੱਥੇ ਤੱਕ ਲੜ ਸਕਦਾ ਹੈ ਤੇ ਕੀ ਉਸ ਨੂੰ ਇੱਕ ਟੀਚੇ ਤੱਕ ਪਹੁੰਚਾ ਸਕਦਾ ਹੈ। ਤੇ ਅੱਜ ਦੀ ਤਰੀਕ ਦੇ ਵਿੱਚ ਇਹ ਹੈ ਕਿ ਮਤਲਬ ਕਿ ਇੱਕ MLA ਨੂੰ ਇੱਕ ਆਮ ਆਦਮੀ ਗਲਤ ਸਾਬਿਤ ਕਰ ਸਕਦਾ ਹੈ ਕਿ ਆਪਣੀ ਨਿਆਂ ਵਿਵਸਥਾ ਇਸ ਦਾ ਮੌਕਾ ਦਿੰਦੀ ਆਮ ਆਦਮੀ ਨੂੰ। ਬਸ ਇਹ ਸਾਬਿਤ ਕਰਨ ਲਈ ਲੱਗੇ ਹੋਏ ਆ ਜੀ। क्या बात है, बहुत एक मिसालिया गल की है गरेवाल साहब ने कि एक आम बंदा भी एक विधायक की कुर्सी नू लीगली कानूनी तौर पर देख सकता है या फिर नहीं, क्योंकि गल तो सच्चाई दी है, हक सच दी है। गरेवाल साहब मामला की सी, क्योंकि बहुतिਆਂ ਨੂੰ ਇਹ पता है भी 2 ਵੋਟਾਂ ਦਾ ਮਾਮਲਾ ਸੀ, ਕਿਸੇ ਨੂੰ ਮੇਰੇ ਖਿਆਲ 'ਚ ਇਹ ਨਹੀਂ ਪਤਾ ਕਿ ਅਸਲ ਮਾਮਲਾ ਕੀ ਸੀ। ਮੈਂ ਚਾਹਾਂਗਾ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਨੂੰ ਅਸਲ ਮਾਮਲਾ ਕੀ ਹੈ ਉਹ ਜ਼ਰੂਰ ਦੱਸੋ। ਦੇਖੋ ਜੀ, ਮਾਮਲੇ ਦੀ ਸ਼ੁਰੂਆਤ ਜਿਹੜੀ ਹੈ ਇਹ 2 ਵੋਟਾਂ ਤੋਂ ਹੀ ਹੋਈ ਸੀ। ਇਹ 2 ਵੋਟਾਂ ਤੋਂ ਇਸ ਤਰੀਕੇ ਹੋਈ ਸੀ ਕਿ ਬਲਜਿੰਦਰ ਕੌਰ ਜੀ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਦਿੱਤੀ ਗਈ ਸੀ, ਬਲਕਾਰ ਸਿੱਧੂ ਦੀ ਟਿਕਟ ਕੱਟ ਕੇ। ਬਲਕਾਰ ਸਿੱਧੂ ਜੀ ਇੱਥੋਂ ਲੜੇ ਸੀਗੇ ਤਲਵੰਡੀ ਸਾਬੋ ਤੋਂ, ਜਿਮਣੀ ਚੋਣ ਸੀ 2015 ਦੀ, ਉਦੋਂ ਦੀ ਗੱਲ ਹੈ। ਉਹ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋ ਗਏ ਸੀ ਕਿ ਮੇਰੀ ਟਿਕਟ ਕੱਟ ਦਿੱਤੀ ਗਈ ਹੈ ਤਾਂ ਮੈਂ ਇੰਡੀਪੈਂਡੈਂਟ ਕੈਂਡੀਡੇਟ ਖੜਾ ਹੋਵਾਂਗਾ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਆਬਜੈਕਸ਼ਨ ਲਗਾਈ ਸੀ, ਜਿਹੜੇ ਇੱਕ ਦੂਜੇ ਕੈਂਡੀਡੇਟ ਦੇ ਉੱਤੇ ਲਗਾਉਂਦੇ ਨੇ, ਕਿ ਬਲਜਿੰਦਰ ਕੌਰ ਦੀਆਂ 2 ਵੋਟਾਂ ਨੇ ਐਟ ਅ ਟਾਈਮ। ਤੇ ਉਸ ਆਬਜੈਕਸ਼ਨ ਦੇ ਉੱਤੇ ਉਹਨਾਂ ਨੇ ਜਿਹੜੀ ਪਾਈ ਸੀ, ਉਸ ਤੋਂ ਬਾਅਦ 'ਚ ਇਲੈਕਸ਼ਨ ਕਮਿਸ਼ਨ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਸੇ ਨੂੰ ਪਤਾ ਨਹੀਂ ਲੱਗਿਆ। ਇਲੈਕਸ਼ਨਾਂ ਹੋਈਆਂ, ਦੋਨੋਂ ਹਾਰ ਗਏ, ਬਲਜਿੰਦਰ ਕੌਰ ਵੀ ਜਿਮਣੀ ਚੋਰ ਹਾਰ ਗਏ ਤੇ ਬਲਕਾਰ ਸਿੱਧੂ ਵੀ ਹਾਰ ਗਏ ਤੇ ਸਾਰੇ ਚੁੱਪਚਾਪ ਬੈਠ ਗਏ। ਤਾਂ ਮੈਂ ਇੱਕ RTI ਐਕਟਿਵਿਸਟ ਹੋਣ ਦੇ ਨਾਤੇ ਮੈਂ ਕਿਹਾ ਦੇਖੀਏ ਤਾਂ ਸਹੀ ਵੀ ਇਹ ਕੀ ਆਬਜੈਕਸ਼ਨ ਕੀ ਹੈ ਤੇ ਕਿਉਂ ਹੈ ਤੇ ਇਹਦੇ ਉੱਤੇ ਕੀ ਇਲੈਕਸ਼ਨ ਕਮਿਸ਼ਨ ਨੇ ਕੀਤਾ ਜੋ ਲੜ ਲਏ। ਜਦੋਂ ਮੈਂ ਉਸ ਦੀ RTI ਪਾਈ ਤਾਂ ਬੜਾ ਹੀ ਹੈਰਤ ਅੰਗੇਜ਼ ਤੱਥ ਨਿਕਲ ਕੇ ਸਾਹਮਣੇ ਆਏ। ਉਸ RTI ਦੇ ਵਿੱਚ ਰਿਟਰਨਿੰਗ ਅਫਸਰ ਨੇ, ਜਿਹੜੇ ਤਲਵੰਡੀ ਸਾਬੋ ਦੇ SDM ਉਸ ਟਾਈਮ ਦੇ ਉੱਤੇ ਇਲੈਕਸ਼ਨ ਦੀ ਜਿਮਣੀ ਚੋਣ ਦੇ ਰਿਟਰਨਿੰਗ ਅਫਸਰ ਸੀ, ਉਹਨਾਂ ਨੇ ਜ਼ਿਲ੍ਹਾ ਚੋਣ ਕਮਿਸ਼ਨਰ ਨੂੰ, ਜੋ ਕਿ ਬਠਿੰਡਾ ਦੇ DC ਸੀ, ਉਹਨਾਂ ਨੂੰ DC ਸਾਹਿਬ ਨੂੰ ਲੈਟਰ ਦੇ ਵਿੱਚ ਲਿਖਿਆ ਸੀਗਾ ਕਿ ਜੇ 2 ਵੋਟਾਂ ਹੈ, ਇਸ ਦੀ ਡੂੰਘਾਈ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ। ਅੱਛਾ, ਮਤਲਬ ਉਹਨਾਂ ਨੇ ਮੰਨਿਆ ਹੈ ਵੀ 2 ਵੋਟਾਂ ਹੈ ਤੇ ਇਸ ਦੀ ਪੜਤਾਲ ਵੀ ਹੋਣੀ ਜ਼ਰੂਰੀ ਹੈ, ਉਹ ਵੀ ਡੂੰਘਾਈ ਦੇ ਨਾਲ। ਪਰ ਬਲਜਿੰਦਰ ਕੌਰ ਜੀ ਨੇ ਡਿਨਾਈ ਕੀਤਾ ਹੈ ਕਿ ਮੇਰੀ ਇੱਕ ਹੀ ਵੋਟ ਹੈ, ਤਾਂ ਉਹਨਾਂ ਦੀ ਉਹੀ ਇੱਕ ਵੋਟ ਨੂੰ ਅਸੀਂ ਮੁੱਖ ਰੱਖਿਆ ਹੈ ਤੇ ਦੂਸਰੀ ਜਿਹੜੀ ਵੋਟ ਆਬਜੈਕਸ਼ਨੇਬਲ ਹੈ ਉਸ ਨੂੰ ਅਸੀਂ ਐਬਸੈਂਟ ਵੋਟ ਦੇ ਖਾਤੇ ਦੇ ਵਿੱਚ ਫॉर द ਟਾਈਮ ਬਿੰਗ ਪਾ ਦਿੱਤਾ। ਤੇ ਜਿਹੜੀ ਵੋਟ ਨੂੰ ਖੁਦ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੇ ਮੰਨਿਆ ਹੈ, ਉਹ ਵੋਟ ਕਿਹੜੀ ਸੀ? ਉਹ ਵੋਟ ਸੀਗੀ ਜੀ ਬਲਜਿੰਦਰ ਕੌਰ ਡਾਟਰ ਆਫ ਵੋਟਰ ਕਾਰਡ, ਉਹ ਵੋਟਰ ਸੂਚੀ ਦੇ ਵਿੱਚ ਬਲਜਿੰਦਰ ਕੌਰ ਡਾਟਰ ਆਫ ਦਰਸ਼ਨ ਸਿੰਘ, ਜੋ ਉਹਨਾਂ ਦੇ ਬਾਇਓਲੋਜੀਕਲ ਪਿਤਾ ਨੇ, ਜੋ ਉਹਨਾਂ ਦੇ ਅਸਲ ਪਿਤਾ ਨੇ। ਦਰਸ਼ਨ ਸਿੰਘ ਜੀ ਇਹਨਾਂ ਦੇ ਅਸਲ ਪਿਤਾ ਨੇ। ਕਹਾਣੀ ਇੱਥੋਂ ਤੇ ਸ਼ੁਰੂ ਹੁੰਦੀ ਹੈ ਜੀ। ਜਿਹੜੀ ਦੂਸਰੀ ਵੋਟ ਸੀ ਉਹ ਵੋਟ ਸੀਗੀ ਬਲਜਿੰਦਰ ਕੌਰ ਡਾਟਰ ਆਫ ਅਮਰਜੀਤ ਸਿੰਘ। ਇਹ 1992 ਦੀ ਗੱਲ ਹੈ। 1992 ਦੇ ਵਿੱਚ ਬਲਜਿੰਦਰ ਕੌਰ ਜੀ ਦੀ ਅਡਾਪਸ਼ਨ ਹੋ ਜਾਂਦੀ ਹੈ। ਉਹਨਾਂ ਦੇ ਪਿੰਡ ਦੇ ਵਿੱਚ ਹੀ ਇੱਕ ਸਰਕਾਰੀ ਟੀਚਰ ਸੀਗੇ ਜਿਹੜੇ ਅਨਮੈਰਿਡ ਸੀ, ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਉਹਨਾਂ ਨੂੰ ਇਹ ਬਲਜਿੰਦਰ ਕੌਰ ਜੀ 1992 ਦੇ ਵਿੱਚ ਇਹਨਾਂ ਦੇ ਪੇਰੈਂਟਸ ਉਹਨਾਂ ਨੂੰ ਅਡਾਪਟ ਕਰਵਾ ਦਿੰਦੇ ਨੇ। 1995 ਦੇ ਵਿੱਚ ਇਹ ਡੀਡ ਵੀ ਜਿਹੜੀ ਹੈ ਰਜਿਸਟਰ ਹੋਈ ਹੈ। 1997 ਦੇ ਵਿੱਚ ਇਹ ਡੀਡ ਰਜਿਸਟਰ ਹੋਈ DC ਦਫ਼ਤਰ ਦੇ ਵਿੱਚ, ਸਰਕਾਰੀ ਉਸ ਦੇ ਵਿੱਚ, ਮਤਲਬ ਕਿ ਅਡਾਪਸ਼ਨ ਦਾ ਪੂਰਾ ਪ੍ਰੋਸੈਸ ਕੰਪਲੀਟ ਹੋ ਗਿਆ। ਉਸ ਤੋਂ ਬਾਅਦ 'ਚ 2002 ਦੇ ਵਿੱਚ ਅਮਰਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ। ਅਮਰਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੇ ਇੱਕ ਜ਼ਮੀਨ ਦਾ, ਜਿਹੜੀ ਅਮਰਜੀਤ ਸਿੰਘ ਜੀ ਦੇ ਨਾਮ ਦੇ ਉੱਤੇ ਆਂਦੀ ਸੀ, ਉਹਨਾਂ ਦੇ ਭਰਾਵਾਂ ਨਾਲ ਸਾਂਝੀਵਾਲ ਸੀਗੀ, ਉਸ ਜ਼ਮੀਨ ਦੇ ਇਹਨਾਂ ਨੇ ਇੱਕ ਕੇਸ ਇਹਨਾਂ ਦਾ ਚੱਲਿਆ ਅਮਰਜੀਤ ਸਿੰਘ ਜੀ ਦੇ ਬ੍ਰਦਰ ਦੇ ਬੇਟੇ ਨਾਲ, ਮਤਲਬ ਕਿ ਜਿਹੜਾ ਇਹਨਾਂ ਦਾ ਅਡਾਪਟਡ ਕਜ਼ਨ ਲੱਗਿਆ ਹੈ, ਲਾ ਲਓ ਇਹ ਚਾਚੇ ਦਾ ਮੁੰਡਾ ਲੱਗਿਆ, ਚਰਨਜੀਤ ਸਿੰਘ ਦੇ ਨਾਲ ਉਹਨਾਂ ਦਾ ਇੱਕ ਕੇਸ ਚੱਲਿਆ। ਕੇਸ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, ਕੇਸ ਨੰਬਰ ਹੈਗਾ ਸਿਵਲ ਸੂਟ ਨੰਬਰ 56 ਆਫ 2007 ਤਲਵੰਡੀ ਸਾਬੋ। ਇਹ ਕੇਸ ਉਸ ਦੇ ਵਿੱਚ ਚੱਲਿਆ, ਜਿਸ ਦੇ ਵਿੱਚ ਇਹ ਕੇਸ ਦੇ ਵਿੱਚ ਬਲਜਿੰਦਰ ਕੌਰ ਜੀ ਨੇ ਆਪਣੀ ਵੋਟ ਨੂੰ, ਜਿਸ ਨੂੰ ਇਹਨਾਂ ਨੇ ਡਿਨਾਈ ਕੀਤਾ ਕਿ ਇਹ ਮੇਰੀ ਵੋਟ ਨਹੀਂ ਹੈ, ਇਲੈਕਸ਼ਨ ਕਮਿਸ਼ਨ ਨੂੰ, ਜਿਹੜੀ ਇਲੈਕਸ਼ਨ ਕਮਿਸ਼ਨ ਨੇ ਐਬਸੈਂਟ ਵੋਟ ਦੇ ਵਿੱਚ ਪਾ ਦਿੱਤੀ,
ਉਸ ਨੂੰ ਕਿਸੇ ਹੋਰ ਨੇ ਨਹੀਂ, ਬਲਜਿੰਦਰ ਕੌਰ ਨੇ ਖੁਦ ਐਜ਼ ਅ ਸਬੂਤ ਦਿੱਤਾ। ਤੁਹਾਡੇ ਕੋਲ ਪਏ ਨੇ ਡਾਕੂਮੈਂਟਸ? ਹਾਂਜੀ ਬਿਲਕੁਲ ਸਾਰੇ ਡਾਕੂਮੈਂਟ ਤੁਸੀਂ ਦਿਖਾ ਸਕਦੇ ਹੋ ਪਲੀਜ਼। ਡਾਕੂਮੈਂਟਾਂ ਤੇ ਜੇ ਤੁਸੀਂ ਖਲਾਰਾ ਦੇਖੋ ਜੀ ਇਹ ਆ ਸੀਗੇ ਜੀ, ਜੀ ਇਹ ਉਹਨਾਂ ਦੀ ਕੇਸ ਫਾਈਲ IRTI ਰਾਹੀਂ ਲਿੱਤੀ ਹੋਈ ਹੈ ਜੀ। ਜੀ ਇਸ ਦੇ ਵਿੱਚ ਇਹਨਾਂ ਨੇ ਪੂਰੇ ਸਬੂਤ ਲਗਾਏ ਹੋਏ ਨੇ। ਇਹਨਾਂ ਦਾ ਰਾਸ਼ਨ ਕਾਰਡ ਵੀ ਇਹਦੇ ਵਿੱਚ ਲੱਗਿਆ ਹੋਇਆ ਹੈ, ਡਾਟਰ ਆਫ ਅਮਰਜੀਤ ਸਿੰਘ। ਇਹਨਾਂ ਦਾ ਵੋਟਰ ਕਾਰਡ ਵੀ ਲੱਗਿਆ ਹੋਇਆ ਹੈ। ਇਹਨਾਂ ਦਾ ਸਾਰਾ ਕੁਝ ਇਸ ਦੇ ਵਿੱਚ ਇਹਨਾਂ ਨੇ ਕੀਤਾ ਵੀ ਹਾਂ ਮੈਂ ਡਾਟਰ ਹਾਂ ਉਸ ਦੀ। ਉਹ ਤਾਂ ਕੇਸ ਦੇ ਵਿੱਚ ਇਦਾਂ ਹੋਇਆ ਜੀ, ਅੱਗੇ ਚੱਲਦੇ ਤੁਸੀਂ ਇੱਕ ਮਿੰਟ ਡਾਕੂਮੈਂਟਸ ਵੀ ਦਿਖਾਓਗੇ ਨਾਲ, ਜਿਹੜੇ ਅੰਦਰ ਪ੍ਰੋਫੈਸਰ ਬਲਜਿੰਦਰ ਕੌਰ ਜੀ ਹੋਣਾ ਵੱਲੋਂ ਆਹ ਬਿਆਨ ਨੇ ਜੀ ਇਹਨਾਂ ਦੇ। ਜੀ ਕੋਈ ਮਦਰ ਦਾ ਬਿਆਨ ਹੈ, ਬਲਜਿੰਦਰ ਕੌਰ ਦੇ ਖੁਦ ਦਾ ਬਿਆਨ ਹੈ, ਜੀ ਅਨੀ ਦਵਾ ਬਿਆਨ ਹਲਫੀਆ ਉਹਨਾਂ ਦੇ ਮਦਰ ਦਾ, ਦਾਦੀ ਦਾ, ਫਾਦਰ ਦਾ। ਬਲਜਿੰਦਰ ਕੌਰ ਜੀ ਦਾ ਖੁਦ ਦਾ ਬਿਆਨ ਹੈ ਇਹ। ਹਾਂਜੀ ਇਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੋਣਾ ਸ਼ਾਇਦ। ਇਹਦੇ ਵਿੱਚ ਵੀ ਲਿਖਿਆ ਹੋਇਆ ਜੀ ਮੈਂ ਉਹਨਾਂ ਦੀ ਡਾਟਰ ਹੈ। ਇਹ ਸਾਰਾ ਉਹੀ ਕੇਸ ਹੈ ਟੋਟਲੀ। ਇਹਦੇ ਵਿੱਚ ਰਾਸ਼ਨ ਕਾਰਡ ਵੀ ਹੈਗੇ ਨੇ ਜੀ। ਇਹ ਆਪਾਂ ਇੱਕ ਵਾਰ ਜਿਹੜੀ ਕਾਪੀਜ਼ ਨੇ ਉਹ ਜ਼ਰੂਰ ਦਿਖਾਈਏ। ਬਿਆਨ ਹਲਫੀਆ ਬਲਜਿੰਦਰ ਕੌਰ ਬਤੌਰ ਗਵਾਹੀ, ਇਹ ਉਹਨਾਂ ਨੇ ਦਿੱਤਾ ਹੋਇਆ ਜੀ। ਇਹਨਾਂ ਨੇ ਇਹ ਲਿਖਿਆ ਹੈ ਇਹ ਕਿ ਅਮਰਜੀਤ ਸਿੰਘ ਪੁੱਤਰ ਸੋਹਨ ਸਿੰਘ ਬਿਲਾ ਸ਼ਾਦੀ ਬਿਲਾ ਔਲਾਦ ਸੀ। ਝਗੜੇ ਵਾਲੀ ਜ਼ਮੀਨ 24 ਕਨਾਲ, ਉਹਨੇ ਉੱਪਰ ਮੰਨਿਆ ਹੈ ਵੀ ਸ਼ਾਦੀ ਬਿਲਾ ਔਲਾਦ ਸੀ ਜੀ। ਇਹ ਕੀ ਉਹਨਾਂ ਨੇ ਆਪ ਇਹ ਬਿਆਨ ਕੀਤਾ ਹੈ। ਉਸ ਤੋਂ ਅੱਗੇ ਉਹ ਲਿਖਦੇ ਨੇ ਇਹਦਾ ਜ਼ਮੀਨ ਦਾ ਹੋ ਗਿਆ ਵੇਰਵਾ 24 ਕਨਾਲ ਹੈ ਨਾ, ਅਤੇ ਕਿੰਨਾ ਹਿੱਸਾ ਉਹਨਾਂ ਦਾ ਹੈਗਾ ਹੈ। ਉਸ ਦੀ ਮੌਤ ਤੋਂ ਬਾਅਦ ਮੈਂ ਝਗੜੇ ਵਾਲੀ ਜ਼ਮੀਨ ਅਤੇ ਉਸ ਦੀ ਨੌਕਰੀ ਸੰਬੰਧੀ ਸਾਰੇ ਲਾਭਾਂ, ਭੱਤਿਆਂ, ਬਕਾਇਆ ਅਤੇ ਹੋਰ ਮਿਲਣ ਵਾਲੇ ਲਾਭਾਂ ਅਤੇ ਨੌਕਰੀ ਦੀ ਹੱਕਦਾਰ ਹਾਂ, ਕਿਉਂਕਿ ਅਮਰਜੀਤ ਸਿੰਘ ਨੇ ਮੈਨੂੰ ਸਾਲ 1992 ਵਿੱਚ ਗੋਦ ਪਾਇਆ ਸੀ। ਠੀਕ ਹੈ, ਇੱਥੇ ਖੁਦ ਬਲਜਿੰਦਰ ਕੌਰ ਜੀ ਕਹਿ ਰਹੇ ਨੇ ਕਿ ਮੈਨੂੰ 1992 ਵਿੱਚ ਗੋਦ ਪਾਇਆ ਸੀ। ਉਸ ਸਮੇਂ ਮੇਰੀ ਉਮਰ 7 ਸਾਲ ਸੀ। ਉਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾ ਕੇ ਗੋਦ ਲੈਣ ਸੰਬੰਧੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ ਅਤੇ ਗੁੜ ਵੀ ਵੰਡਿਆ ਸੀ। ਉਸ ਤੋਂ ਬਾਅਦ ਮੈਂ ਬਤੌਰ ਮੁਤਬੰਨਾ ਪੁੱਤਰੀ ਅਮਰਜੀਤ ਸਿੰਘ ਨਾਲ ਰਹਿੰਦੀ ਰਹੀ। ਅਮਰਜੀਤ ਸਿੰਘ ਦੇ ਜਿਉਂਦੇ ਜੀ ਉਸ ਨੂੰ ਮੈਂ ਆਪਣਾ ਪਿਤਾ ਕਹਿ ਕੇ ਬੁਲਾਉਂਦੀ ਰਹੀ। ਅਮਰਜੀਤ ਸਿੰਘ ਮੈਨੂੰ ਆਪਣੀ ਧੀ ਕਹਿ ਕੇ ਬੁਲਾਉਂਦਾ ਸੀ। ਸਾਰੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਵੀ ਸਾਨੂੰ ਇਸੇ ਰਿਸ਼ਤੇ ਨਾਲ ਜਾਣਦੇ ਸਨ ਅਤੇ ਇਸੇ ਰਿਸ਼ਤੇ ਨਾਲ ਹੀ ਬੁਲਾਉਂਦੇ ਸਨ। ਉਸ ਤੋਂ ਬਾਅਦ ਮਿਤੀ 21/4/1997 ਨੂੰ ਅਮਰਜੀਤ ਸਿੰਘ ਨੇ ਮੈਨੂੰ ਗੋਦ ਲੈਣ ਸੰਬੰਧੀ ਗੋਦਨਾਮਾ ਲਿਖਵਾ ਕੇ ਰਜਿਸਟਰਡ ਕਰਵਾਇਆ ਸੀ। ਇਹ ਖੁਦ ਪ੍ਰੋਫੈਸਰ ਬਲਜਿੰਦਰ ਕੌਰ ਜੀ ਆਪਣਾ ਬਿਆਨ ਦੇ ਰਹੇ ਨੇ ਅਤੇ ਅਟੈਸਟਡ ਕਾਪੀ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ, ਇਹ ਬਿਲਕੁਲ ਅਟੈਸਟਡ ਕਾਪੀ ਹੈ। ਅੱਛਾ, ਉਸ ਤੋਂ ਬਾਅਦ ਇਹਨਾਂ ਨੇ ਕੁਝ ਹੋਰ ਡਾਕੂਮੈਂਟਸ ਵੀ ਜਿਹੜੇ ਲਾਏ ਹੋਣਗੇ ਨਾਲ, ਸਾਰੇ ਹਲਫੀਆ ਬਿਆਨ ਲੱਗੇ ਹੋਏ ਨੇ। ਇਹ ਸਾਰੇ ਹਲਫੀਆ ਬਿਆਨ, ਇਹ ਦੇਖੋ ਜੀ, ਇਹ ਡਿਪੈਂਡੈਂਟ ਸਰਟੀਫਿਕੇਟ, ਨਿਰਭਰਤਾ ਸਰਟੀਫਿਕੇਟ ਵੀ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਦਿੱਤਾ ਗਿਆ ਹੈ ਜੀ। ਬਲਜਿੰਦਰ ਕੌਰ ਪੁੱਤਰੀ 20 ਸਾਲ ਪੜ੍ਹਾਈ, ਅਨਮੈਰਿਡ ਉਦੋਂ ਦਾ ਹੈ ਜਦੋਂ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ। ਅੱਛਾ, ਉਸ ਤੋਂ ਇਲਾਵਾ ਨਿਰਭਰਤਾ ਸਰਟੀਫਿਕੇਟ ਹੋ ਗਿਆ ਹੈ। ਇਹ ਸਾਰੇ ਹਲਫੀਆ ਬਿਆਨ ਜਿਹੜੇ ਨੇ ਇਹ ਅਟੈਸਟਡ ਕਾਪੀਜ਼ ਨੇ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਇਹ ਵਸੀਅਤਨਾਮਾ ਸ਼ਾਇਦ ਜਿਹੜਾ ਹੈਗਾ ਹੈ ਇਹ ਲੱਗਿਆ ਹੋਇਆ ਹੈ। ਨਹੀਂ ਜੀ, ਇਹ ਗੋਦਨਾਮੇ ਵਾਲਾ ਹੈ ਜੀ। ਇਹ ਗੋਦਨਾਮੇ ਵਾਲਾ ਹੈ ਜੀ। ਸਾਰਿਆਂ ਦੇ ਇਹ ਅਮਰਜੀਤ ਸਿੰਘ ਜੀ ਨੇ। ਉਹ ਤਾਂ ਜੀ ਫੋਟੋ ਹੁਣ ਅਮਰਜੀਤ ਸਿੰਘ ਜੀ ਦੇ ਸਾਈਨ ਨੇ ਤੇ ਉਹੀ ਹੋਣਗੇ। ਇਹ ਉਹਨਾਂ ਦਾ ਬਿਆਨ ਹੈ ਅਮਰਜੀਤ ਸਿੰਘ ਜੀ ਦਾ, ਜਿਹੜਾ ਉਹਨਾਂ ਨੇ ਕਿਹਾ ਵੀ ਹਾਂ ਮੈਂ ਗੋਦ ਲਿੱਤੀ ਹੈ। ਜੀ ਜੀ ਜੀ, ਤਾਂ ਮਤਲਬ ਇਹ ਖੁਦ ਉਹ ਕਹਿ ਰਹੇ ਨੇ। ਅੱਛਾ, ਤੁਸੀਂ ਕਹਿ ਰਹੇ ਹੋ ਫਿਰ ਇਹਨਾਂ ਨੇ ਕੋਰਟ ਵਿੱਚ ਕਿਹਾ ਹੈ, ਮੰਨਿਆ ਹੈ ਕਿ ਮੈਂ ਅਮਰਜੀਤ ਸਿੰਘ ਜੀ ਦੀ ਡਾਟਰ ਹਾਂ, ਜਿੱਦਾਂ ਬਿਆਨ ਵਿੱਚ ਕਿਹਾ ਹੈ। ਲੇਕਿਨ ਫਿਰ ਤੁਸੀਂ ਕਹਿ ਰਹੇ ਹੋ ਬਾਅਦ ਵਿੱਚ ਇਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਵੋਟ ਐਬਸੈਂਟ ਹੋ ਗਈ ਹੈ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਆਫ ਡਾਟਰ ਆਫ ਜੋ ਨੇ ਉਹ ਦਰਸ਼ਨ ਸਿੰਘ ਨੇ। ਦੇਖੋ ਜੀ, ਇਹੀ ਤਾਂ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ। ਹੋਇਆ ਕੀ ਕਿ ਇਹ ਕੇਸ ਜਿਹੜਾ ਚੱਲਿਆ ਜੀ, ਇਹ ਕੇਸ ਆਪਣਾ ਸਿਵਲ ਸੂਟ ਨੰਬਰ 56/2007 ਜੀ, ਇਹ 4 ਸਾਲ ਤੱਕ ਚੱਲਿਆ। 4 ਸਾਲ ਬਾਅਦ ਜਿਹੜੇ ਚਰਨਜੀਤ ਸਿੰਘ ਸੀਗੇ, ਜਿਨ੍ਹਾਂ ਕੋਲ ਇਹ ਦਾਵਾ ਕਰ ਰਹੇ ਸੀਗੇ ਵੀ ਇਹ ਜ਼ਮੀਨ ਸਾਡੀ ਹੈ, ਮਤਲਬ ਕਿ ਅਮਰਜੀਤ ਦੇ ਭਤੀਜਾ, ਮਤਲਬ ਕਿ ਜੋ ਪ੍ਰੋਫੈਸਰ ਬਲਜਿੰਦਰ ਕੌਰ ਹੈ ਉਹਨਾਂ ਦੇ ਜੋ ਜਿਨ੍ਹਾਂ ਵੱਲੋਂ ਅਡਾਪਟ ਕੀਤੇ ਗਏ ਸੀ ਅਮਰਜੀਤ ਜੀ, ਇਹਨਾਂ ਦੇ ਪਿਤਾ, ਉਹਨਾਂ ਦਾ ਸਗਾ ਭਤੀਜਾ। ਹਾਂਜੀ, ਜਾਂ ਇੱਦਾਂ ਕਹਿ ਲਓ ਅਡਾਪਟ ਹੋਣ ਤੋਂ ਬਾਅਦ ਇਹਨਾਂ ਦਾ ਕਜ਼ਨ ਬ੍ਰਦਰ ਚਰਨ। ਅਮਰਜੀਤ ਸਿੰਘ ਜੀ ਮਰਨ ਤੋਂ ਪਹਿਲਾਂ ਉਹ ਆਪਣੀ ਵਸੀਅਤ ਵੀ ਰਜਿਸਟਰ ਕਰਾ ਗਏ ਸੀ। ਅੱਛਾ, ਉਹ ਚਰਨਜੀਤ ਸਿੰਘ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਵਸੀਅਤ ਦਾ ਜਦੋਂ ਕਢਵਾਇਆ ਤਾਂ ਉਹ ਵਸੀਅਤ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਅਮਰਜੀਤ ਸਿੰਘ ਜੀ ਦੁਆਰਾ ਕਿ ਮੇਰੀ ਸਾਰੀ ਚਲ ਅਚਲ ਪ੍ਰਾਪਰਟੀ ਜਿਹੜੀ ਹੈ ਉਸ ਦੀ ਬਲਜਿੰਦਰ ਕੌਰ ਨਹੀਂ, ਬਲਜਿੰਦਰ ਕੌਰ ਦਾ ਨਾਮ ਨਹੀਂ ਸੀ ਉਹਦੇ ਵਿੱਚ, ਸੌਰੀ, ਕਿ ਚਰਨਜੀਤ ਸਿੰਘ ਉਸ ਦਾ, ਮੇਰਾ ਚਰਨਜੀਤ ਸਿੰਘ ਮੇਰਾ ਭਤੀਜਾ ਜਿਹੜਾ ਹੈ ਉਹ ਵਾਰਿਸ ਹੋਵੇਗਾ। ਹੁਣ ਜਦੋਂ ਡੀਡ ਨਿਕਲ ਆਈ, ਰਜਿਸਟਰਡ ਡੀਡ,
ਉਸ ਤੋਂ ਬਾਅਦ 'ਚ ਦਾਵਾ ਤਾਂ ਬਿਲਕੁਲ ਖਾਰਜ ਹੋ ਜਾਂਦਾ। ਤਾਂ ਇਹ ਕੇਸ 2011 ਦੇ ਵਿੱਚ ਲੋਕ ਅਦਾਲਤ ਦੇ ਵਿੱਚ ਪਾ ਦਿੱਤਾ ਗਿਆ ਸੀ ਰਾਜੀਨਾਮੇ ਦੇ ਵਿੱਚ ਵੀ ਹੁਣ ਤਾਂ ਡੀਡ ਹੀ ਨਿਕਲ ਆਈ, ਹੁਣ ਤਾਂ ਦਾਅਵਿਆਂ ਦਾ ਕੋਈ ਹੈ ਨਹੀਂ। ਜਦੋਂ ਰਜਿਸਟਰਡ ਡੀਡ ਆ ਜਾਵੇ ਸਾਹਮਣੇ ਤਾਂ ਉਸ ਤੋਂ ਬਾਅਦ 'ਚ ਦਾਵਾ ਤਾਂ ਕਿਤੇ ਰਹਿੰਦਾ ਹੀ ਨਹੀਂ, ਕਿਉਂਕਿ ਜਿਹਦੀ ਜ਼ਮੀਨ ਸੀ ਉਹ ਜਦੋਂ ਪਹਿਲਾਂ ਹੀ ਲਿਖ ਕੇ ਦੇ ਗਿਆ ਤੇ ਫਿਰ ਉਸ ਤੋਂ ਬਾਅਦ ਹੋਇਆ ਨਹੀਂ। ਤਾਂ 2011 ਦੇ ਵਿੱਚ ਮੈਂ ਤੁਹਾਨੂੰ ਤਰੀਕ ਦੱਸਦਾ, ਸਭ ਤੋਂ ਮਜ਼ੇਦਾਰ ਗੱਲ ਇੱਥੇ ਆਉਂਦੀ ਹੈ। 2011 ਇਹ ਆਇਆ ਜੀ ਆਪਣਾ ਲੋਕ ਅਦਾਲਤ ਦਾ ਫੈਸਲਾ 26/3/2011। ਠੀਕ ਹੈ, ਮਤਲਬ 26 ਮਾਰਚ 2011 ਨੂੰ ਫੈਸਲਾ ਆਇਆ। 26 ਮਾਰਚ ਤੀਜੇ ਮਹੀਨੇ ਦੇ ਵਿੱਚ ਇਹ ਫੈਸਲਾ ਆਇਆ 2011 ਦੇ। ਤੇ ਉਸ ਦੇ 3 ਮਹੀਨੇ ਬਾਅਦ ਹੀ ਜਿਹੜੀ ਇਹਨਾਂ ਦੀ ਦੂਸਰੀ ਵੋਟ ਹੈ, ਜਿਸ ਵੋਟ ਦੇ ਉੱਤੇ ਅੱਜ ਇਹ MLA ਨੇ, ਉਹ ਵੋਟ ਇਹਨਾਂ ਨੇ 3 ਮਹੀਨੇ ਬਾਅਦ ਹੀ ਬਣਾ ਲਿੱਤੀ ਤੇ ਅਮਰਜੀਤ ਸਿੰਘ ਨੂੰ ਪਿਓ ਨਾ ਮੰਨ ਕੇ ਉਹਨਾਂ ਨੇ ਉਹਦੇ ਉੱਤੇ ਦਰਸ਼ਨ ਸਿੰਘ ਦਾ ਨਾਮ ਲਿਖਾ ਦਿੱਤਾ। ਬਲਜਿੰਦਰ ਕੌਰ ਡਾਟਰ ਆਫ ਦਰਸ਼ਨ ਸਿੰਘ 2011 ਦੇ ਵਿੱਚ 27/6/2011 ਨੂੰ ਇਹਨਾਂ ਦੀ ਦੂਸਰੀ ਵੋਟ ਬਣ ਗਈ। ਲੇਕਿਨ ਉਹ ਤਾਂ ਜਿਹੜਾ ਹਿੰਦੂ ਐਡਾਪਸ਼ਨਸ ਐਂਡ ਮੇਨਟੇਨੈਂਸ ਐਕਟ ਹੈਗਾ 1956 ਦਾ, ਉਹਦਾ ਸੈਕਸ਼ਨ 15 ਕਹਿੰਦਾ ਹੈ ਵੀ ਜੇ ਲੀਗਲੀ ਤੁਸੀਂ ਅਡਾਪਟ ਹੋਈ ਹੋ, ਐਡਾਪਸ਼ਨ ਹੋਈ ਹੈ ਲੀਗਲੀ, ਉਹ ਤਾਂ ਇਰੀਵੋਕੇਬਲ ਹੈ, ਉਹ ਵਾਪਸ ਹੋ ਹੀ ਨਹੀਂ ਸਕਦੀ, ਉਹ ਕੈਂਸਲ ਹੋ ਹੀ ਨਹੀਂ ਸਕਦੀ। ਬਿਲਕੁਲ ਜੀ, ਉਹ ਕੈਂਸਲ ਨਹੀਂ ਹੋ ਸਕਦੀ। ਫਿਰ ਇਹਨਾਂ ਨੇ ਆਪਣਾ ਨਵਾਂ ਵੋਟਰ ਕਾਰਡ ਡਾਟਰ ਆਫ ਸਰਦਾਰ ਦਰਸ਼ਨ ਸਿੰਘ ਦੇ ਨਾਮ ਤੋਂ ਕਿਵੇਂ ਬਣਵਾਇਆ? ਉਹ ਤਾਂ ਜੀ ਡਾਕੂਮੈਂਟ ਦੇਣੇ ਹੁੰਦੇ ਨੇ, ਤਾਂ ਅਸਲ ਵਿੱਚ ਤਾਂ ਪੁੱਤਰੀ ਜੰਮੇ ਤਾਂ ਦਰਸ਼ਨ ਸਿੰਘ ਨਹੀਂ ਸੀਗੇ। ਦੁਬਾਰਾ ਫਿਰ ਸਾਰੇ ਡਾਕੂਮੈਂਟ ਬਣ ਕੇ ਤੇ ਉਵੇਂ ਹੀ ਉਹ ਫਾਰਮ ਜਿਹੜਾ ਭਰਿਆ ਜਾਂਦਾ ਹੁੰਦਾ, ਉਹ ਫਾਰਮ ਦੇ ਵਿੱਚ ਲਿਖਿਆ ਇਹਨਾਂ ਦੇ। ਪਰ ਸਭ ਤੋਂ ਮੇਨ ਚੀਜ਼ ਜਿਹੜੀ ਹੈ, ਮੇਰੇ ਕੋਲ ਕਾਪੀ ਵੀ ਹੈਗੀ ਹੈ ਇੱਕ ਜੀ, ਜਿਹੜੀ RTI ਰਾਹੀਂ ਮੈਨੂੰ ਮਿਲੀ ਸੀ ਜੀ। 2011 ਤੋਂ ਲੈ ਕੇ 2015 ਤੱਕ 2 ਵੋਟਾਂ ਇਕੱਠੀਆਂ ਚੱਲੀਆਂ ਨੇ ਬਲਜਿੰਦਰ ਕੌਰ ਦੀਆਂ। ਤਾਂ ਜਿਹੜਾ ਇਲਜ਼ਾਮ ਬਲਕਾਰ ਸਿੱਧੂ ਨੇ ਲਗਾਇਆ ਸੀ ਕਿ ਇਹਨਾਂ ਦੀ 2 ਵੋਟ ਹੈ, ਉਹ ਬਿਲਕੁਲ ਸਹੀ ਬੈਠਦਾ ਸੀ। ਜੇ ਤੁਸੀਂ ਹਾਊਸ ਨੰਬਰ ਦੇਖੋ ਤਾਂ ਇੱਕ ਦੇ ਵਿੱਚ 272 ਲਿਖਿਆ ਹੋਇਆ ਹਾਊਸ ਨੰਬਰ ਤੇ ਇੱਕ ਦੇ ਵਿੱਚ 272A। ਇਹ ਜਿਹੜੀ ਫੋਟੋ ਹੈਗੀ ਦੂਜੀ ਵਾਲੀ 272A ਵਾਲੀ, ਜਿਹਦੇ ਵਿੱਚ ਡਾਟਰ ਆਫ ਅਮਰਜੀਤ ਸਿੰਘ ਹੈ, ਇਹ ਉਹੀ ਬਲਜਿੰਦਰ ਕੌਰ ਹੈ ਜਾਂ ਫੋਟੋ ਕਿਸੇ ਹੋਰ ਦੇ ਲਈ ਹੈ? ਦੇਖੋ ਜੀ, ਇਹ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਜਿਹੜੀ ਫੋਟੋ ਹੈ ਇੱਕ ਯੰਗਸਟਰ ਦੀ ਹੈ ਜਿਹੜਾ 1995 ਦੇ ਵਿੱਚ ਵੋਟਰ ਕਾਰਡ ਬਣਿਆ ਸੀ। ਦੂਜੀ ਹੈਗੀ ਜਿਹੜਾ 2011 ਦੇ ਵਿੱਚ ਬਣਿਆ ਸੀ। ਹੁਣ 6 ਸਾਲਾਂ 'ਚ ਕਿਸ ਦੀ ਸ਼ਕਲ ਕਿੰਨੀ ਕੁ ਬਦਲ ਜਾਂਦੀ ਹੈ। 6 ਸਾਲ ਨਹੀਂ ਹੋ ਗਏ ਜੀ, 16 ਸਾਲ ਹੋ ਗਏ। 16 ਸਾਲ ਹੋ ਗਏ ਜੀ, 16 ਸਾਲ 1995 ਤੋਂ ਬਾਅਦ ਅਤੇ 2011 ਤੱਕ 16 ਸਾਲ ਹੋ ਗਏ ਉਹ। ਅੱਛਾ, ਤੇ ਉਸ ਤੋਂ ਬਾਅਦ ਇਹ ਤੇ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਬਲਕਾਰ ਸਿੱਧੂ ਜੀ ਵਾਲੀ ਸੀਗੀ, ਜਿਹਦੇ ਵਿੱਚ ਲਿਖਿਆ ਗਿਆ ਸੀਗਾ ਵੀ ਚੋਣ ਇੱਥੇ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ, ਉਹ ਵਾਲੀ ਕਿੱਥੇ ਹੈਗੀ ਹੈ? ਉਹ ਜ਼ਰੂਰ ਜਿਹੜੀ ਇਨਕੁਆਇਰੀ ਵਾਸਤੇ ਜਾਂ ਬਲਕਾਰ ਸਿੱਧੂ ਨੇ ਨਹੀਂ, ਹਾਂਜੀ, ਉਸ ਤੋਂ ਬਾਅਦ ਡਿਸਟ੍ਰਿਕਟ ਇਲੈਕਸ਼ਨ ਅਫਸਰ ਨੇ ਮੰਨਿਆ ਕਿ 2011 ਦੇ ਵਿੱਚ ਵੀ ਬਲਜਿੰਦਰ ਕੌਰ ਦੀ 2 ਵੋਟ ਸੀ, 2012 'ਚ ਵੀ 2 ਵੋਟ ਸੀ, 2013 'ਚ ਵੀ 2 ਵੋਟ ਸੀ ਤੇ 2014-15 ਦੇ ਵਿੱਚ ਵੀ 2 ਵੋਟ ਸੀ। ਇਹ ਤਾਂ ਸਾਰੇ ਮੰਨ ਚੁੱਕੇ ਨੇ। ਕਮਾਲ ਦੀ ਗੱਲ ਹੈ। ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਦਿਖਾ ਕੇ ਦੇਖੋ। 2011 ਦੇ ਵਿੱਚ ਪਾਰਟ ਨੰਬਰ 102 ਉਸ ਦੇ ਸਾਹਮਣੇ ਲਿਖਿਆ ਬਲਜਿੰਦਰ ਕੌਰ ਡਾਟਰ ਆਫ ਅਮਰਜੀਤ ਸਿੰਘ ਅਡਾਪਟਡ ਫਾਦਰ ਬ੍ਰੈਕਟ ਵਿੱਚ, ਤੇ ਅੱਗੇ ਪਾਰਟ ਨੰਬਰ 102 ਸੀਰੀਅਲ ਨੰਬਰ 1426 ਬਲਜਿੰਦਰ ਕੌਰ ਡਾਟਰ ਆਫ ਦਰਸ਼ਨ ਸਿੰਘ ਬਾਇਓਲੋਜੀਕਲ ਫਾਦਰ। ਤੇ 2015 ਤੱਕ ਇਦਾਂ ਹੀ ਚੱਲਿਆ ਹੈ ਜੀ। ਬਲਜਿੰਦਰ ਕੌਰ ਡਾਟਰ ਆਫ ਅਮਰਜੀਤ ਸਿੰਘ ਅਡਾਪਟਡ ਫਾਦਰ, ਅੱਗੇ ਬਾਇਓਲੋਜੀਕਲ ਫਾਦਰ, ਅਡਾਪਟਡ ਫਾਦਰ, ਬਾਇਓਲੋਜੀਕਲ ਫਾਦਰ, ਅਡਾਪਟਡ ਫਾਦਰ, ਬਾਇਓਲੋਜੀਕਲ ਫਾਦਰ। ਮਤਲਬ ਇਹ ਮਖੌਲ ਬਣਾਇਆ। ਤੇ ਇਸ ਤੋਂ ਜੇ 2 ਲਾਈਨਾਂ ਉੱਪਰ ਕੈਮਰਾ ਪਰਸਨ ਦਿਖਾਵੇ, ਇੱਥੇ ਲਿਖਿਆ ਹੋਇਆ ਹੈ, ਖੁਦ ਮੰਨਦੇ ਨੇ ਇਹ ਵੀ ਦੇਅਰ existed 2 votes, one in the name of Baljinder Kaur daughter of Amarjit Singh adopted father and one in the name of Baljinder Kaur daughter of ਦਰਸ਼ਨ ਸਿੰਘ ਬਾਇਓਲੋਜੀਕਲ ਫਾਦਰ ਬਿਟਵੀਨ 2011 ਟੂ 2015। ਤੇ ਇਹ ਕਿਸ ਨੂੰ ਲਿਖੀ ਗਈ ਹੈ ਉੱਤੇ ਜੇ ਦੇਖਿਆ ਜਾਵੇ? ਇਹ ਜ਼ਿਲ੍ਹਾ ਚੋਣ ਅਫਸਰ ਨੇ ਲਿਖੀ ਹੈ, ਬਠਿੰਡਾ ਨੇ, ਮਤਲਬ ਕਿ DC ਬਠਿੰਡਾ ਨੇ। ਹੁਣ ਇਸ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੈ, ਜਿਸ ਦੇ ਉੱਤੇ ਕੋਈ ਇਨਕੁਆਇਰੀ ਜਾਂ ਕੋਈ ਚੀਜ਼ ਇਨਕੁਆਇਰੀ ਹੋਗੀ, ਸਾਰੇ ਮੰਨ ਗਏ। ਇਹ ਤਾਂ ਆਪ ਮੰਨਦੇ ਪਏ, ਇਹਦੇ 'ਚ ਇਨਕੁਆਇਰੀ ਦੀ ਹੁਣ ਲੋੜ ਕੀ, ਆਪ ਮੰਨਦੇ ਪਏ। ਮੈਂ ਤੁਹਾਨੂੰ ਜੇ ਅਸਲੀ ਚੀਜ਼ ਦਿਖਾਵਾਂ ਇਹਦੇ ਵਿੱਚ, it is clear from the above that Baljinder Kaur has deliberately made false statement before the competent authorities। ਹੋਰ ਹੁਣ ਕੀ ਚਾਹੀਦਾ, ਇਸ ਤੋਂ ਜ਼ਿਆਦਾ ਕੀ ਚਾਹੀਦਾ? ਉਹ ਆਪ ਮੰਨ ਕੇ, ਆਪ ਮੰਨੇ ਹੋਏ ਨੇ, ਆਪ ਲਿਖ ਕੇ ਭੇਜ ਰਹੇ ਨੇ। ਫਿਰ ਇਸ ਤੋਂ ਬਾਅਦ ਮੈਂ ਦੱਸਦਾ ਜੀ ਕੀ ਚਾਹੀਦਾ। ਇਸ ਤੋਂ ਬਾਅਦ ਚਾਹੀਦਾ ਹੈ ਜਿਹੜੀ ਵੋਟਰ ਕੈਂਸਲ ਹੁੰਦੀ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ। ਤੇ ਅੱਜ ਦੀ ਤਰੀਕ ਦੇ ਵਿੱਚ ਆਪਾਂ ਸਾਰੇ ਪ੍ਰਸ਼ਾਸਨ ਨੂੰ ਗਾਲਾਂ ਕੱਢਦੇ ਆ, ਤੇ ਜਦੋਂ ਪ੍ਰਸ਼ਾਸਨ ਦਾ ਨਾਮ ਆਉਂਦਾ ਆਪਾਂ ਨੇਤਾ ਦੇ ਮਗਰ ਪੈ ਜਾਂਦੇ ਆ। ਪਰ ਉਹਨਾਂ ਨਾਲੋਂ ਜ਼ਿਆਦਾ ਇਹ IAS ਅਫਸਰ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦਾ ਸਭ ਤੋਂ ਮੇਨ ਮੁੱਦਾ ਹੁੰਦਾ ਵੀ ਫਾਈਲ ਦੱਬ ਕੇ ਉੱਤੇ ਬੈਠ ਜਾਓ।
ਇਹ ਮੇਰੀ ਐਪਲੀਕੇਸ਼ਨ ਜਿਹੜੀ ਹੈ ਇਹ 2000 ਮੈਨੂੰ 2019 ਤੱਕ ਕੇਸ ਕਿਉਂ ਕਰਨਾ ਪਿਆ 2019 ਚ ਜਾ ਕੇ, ਕਿਉਂਕਿ ਉਸ ਤੋਂ ਪਹਿਲਾਂ ਪ੍ਰੋਸੀਜਰ ਫਾਲੋ ਹੋ ਰਿਹਾ ਸੀ। ਵੀ ਮੈਂ ਆਪਣੀ ਕੰਪਲੇਂਟ ਰੈਵਨਿਊ ਅਫਸਰ ਨੂੰ ਦਿੰਦਾ ਸੀ, ਰੈਵਨਿਊ ਅਫਸਰ ਮੈਨੂੰ ਕੱਢ ਕੇ ਇੱਕ ਪਰਚਾ ਦੇ ਦਿੰਦਾ ਸੀ ਵੀ ਮੈਂ ਤਾਂ ਲਿਖ ਕੇ ਦੇਤਾ। ਮੈਂ ਜ਼ਿਲ੍ਹੇ ਵਾਲੇ ਨੂੰ ਦਿੰਦਾ ਸੀ, ਉਹ ਮੈਨੂੰ ਇੱਕ ਪਰਚਾ ਕੱਢ ਕੇ ਦੇ ਦਿੰਦਾ ਸੀ ਵੀ ਮੈਂ ਤਾਂ ਦੇਤਾ ਲਿਖ ਕੇ ਵੀ ਇਹਦੀਆਂ 2 ਵੋਟਾਂ ਸੀਗੀਆਂ ਤੇ ਇਹਦੇ ਅਡਾਪਟ ਹੋਈ ਹੈ। ਹੁਣ ਉਹਨੂੰ ਕੈਂਸਲ ਕੌਣ ਕਰੇ ਵੋਟ ਨੂੰ? ਉਹ ਕਰਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ। ਮੈਂ ਉਹਨਾਂ ਨੂੰ ਵੀ ਚਿੱਠੀ ਲਿਖੀ, ਮੈਂ ਰਾਸ਼ਟਰਪਤੀ ਤੱਕ ਨੂੰ ਚਿੱਠੀ ਲਿਖ ਚੁੱਕਿਆ ਜੀ, ਪ੍ਰਧਾਨ ਮੰਤਰੀ ਥੱਲੇ। ਮੈਂ ਜਿਹੜਾ ਫਸਟ ਵੋਟਰ ਆਫ ਇੰਡੀਆ ਹੈ ਪ੍ਰੈਜ਼ੀਡੈਂਟ, ਉਸ ਨੂੰ ਵੀ ਚਿੱਠੀ ਲਿਖ ਚੁੱਕਿਆ ਵੀ ਜਨਾਬ ਆ ਸਾਰਾ ਕੁਝ। ਇਹ ਸਾਰੇ ਮੰਨੀ ਜਾਂਦੇ ਨੇ ਕਿ ਜਿਹੜੀ ਇਹਦੀ ਅੱਜ ਦੀ ਵੋਟ ਹੈ ਜਿਸ ਦੇ ਉੱਪਰ ਇਹ MLA ਬਣੇ ਹੋਏ ਨੇ, ਉਹ ਵੋਟ ਜਿਹੜੀ ਹੈ ਉਹ ਇੰਪਰਸੋਨੇਟਡ ਵੋਟ ਹੈ। ਇਹ ਤਾਂ ਫਰਜ਼ਰੀ ਬਣਦੀ ਹੈ ਜੀ ਫੋਰਜਰੀ। ਖੁਸ਼ਬਾਜ਼ ਸਿੰਘ ਜਟਾਣਾ ਨੇ 2017 ਦੇ ਵਿੱਚ ਇਹੀ ਤਾਂ ਆਬਜੈਕਸ਼ਨ ਲਗਾਈ ਸੀ, ਪਰ ਉਸ ਟਾਈਮ ਦੇ ਉੱਤੇ ਕਿਵੇਂ ਨਿਕਲ ਗਏ? ਉਸ ਟਾਈਮ ਦੇ ਉੱਤੇ ਇਹਨਾਂ ਨੇ ਉੱਥੇ ਜਿਹੜਾ ਰਿਟਰਨਿੰਗ ਅਫਸਰ ਸੀਗਾ, ਉਹ ਵੀ ਮੈਂ ਡਾਕੂਮੈਂਟ ਕੱਢੇ ਸੀਗੇ, ਉਹਦੀ ਵੀ ਮੇਰੇ ਕੋਲ ਕਾਪੀਆਂ ਹੈਗੀਆਂ ਨੇ। ਉੱਥੇ ਇਹਨਾਂ ਨੇ ਕਿਹਾ ਵੀ ਮੈਨੂੰ 2015 ਦੇ ਵਿੱਚ ਬਲਕਾਰ ਸਿੱਧੂ ਨੇ ਆਬਜੈਕਸ਼ਨ ਲਗਾਈ ਸੀ, ਉਹਦੇ ਵਿੱਚ ਵੀ ਦੇਖੋ ਕੁਛ ਨਹੀਂ ਨਿਕਲਿਆ ਤਾਂ ਮੈਨੂੰ ਇਲੈਕਸ਼ਨ ਲੜਨ ਦਿੱਤਾ ਗਿਆ ਸੀ। ਜਦ ਕਿ ਅਸਲੀਅਤ ਕੀ ਸੀ ਵੀ ਉਦੋਂ ਵੀ ਇਨਕੁਆਇਰੀ ਲਈ ਕਿਹਾ ਗਿਆ ਸੀ, ਇਨਕੁਆਇਰੀ ਕਿਸੇ ਨੇ ਕੀਤੀ ਨਹੀਂ। ਉਹ ਤਾਂ ਨਿਕਲਿਆ ਤਾਂ ਹੈ ਹੀ ਨਹੀਂ ਸਿੱਟਾ ਕੁਛ। ਇਹ ਤਾਂ ਜਿਹੜੇ ਖੁਦ ਇੱਥੇ ਜਿਹੜਾ ਡਿਸਟ੍ਰਿਕਟ ਆਪਣੇ ਇਲੈਕਟੋਰਲ ਆਫਿਸਰ ਨੇ ਬਠਿੰਡਾ ਦੇ, ਉਹ ਕਹੀ ਜਾਂਦੇ ਨੇ ਸਾਹਮਣੇ ਬਲਜਿੰਦਰ ਕੌਰ, ਐਂਡ ਦਸ ਇਟ ਇਜ਼ ਕਲੀਅਰ ਦੈਟ ਫਰਮ ਦ ਅਬਵ ਦੈਟ ਬਲਜਿੰਦਰ ਕੌਰ ਹੈਜ਼ ਡੈਲੀਬਰੇਟਲੀ ਮੇਡ ਫਾਲਸ ਸਟੇਟਮੈਂਟ ਬਿਫੋਰ ਦ ਕੰਪੀਟੈਂਟ ਅਥਾਰਟੀ। ਜਦੋਂ ਉਹ ਆਪ ਮੰਨੀ ਜਾਂਦੇ ਨੇ, ਇਹਨਾਂ ਨੇ 2011 ਦਾ ਕਿਵੇਂ ਲੈ ਲਿਆ ਫਿਰ? ਪਰ ਕੈਂਸਲ ਨਹੀਂ ਨਾ ਕਰ ਸਕਦੇ। ਮੈਂ ਤਾਂ ਸਪੀਕਰ ਸਾਹਿਬ ਨੂੰ ਵੀ ਮਿਲਿਆ ਆਇਆ ਸੀਗਾ, KPS ਰਾਣਾ ਨੂੰ, ਉਹਨਾਂ ਨੂੰ ਜਾ ਕੇ ਸਾਰੀਆਂ ਦਿੱਤੀਆਂ ਸੀ। ਉਹ ਕਹਿੰਦੇ ਮੇਰਾ ਪ੍ਰੈਰੋਗੇਟਿਵ ਨਹੀਂ ਹੈ। ਮੈਂ ਕਿਹਾ ਜਨਾਬ ਬਲਕਾਰ ਸਿੱਧੂ ਕਿਉਂ ਨਹੀਂ ਬੋਲੇ ਦੁਬਾਰਾ? ਬਲਕਾਰ ਸਿੱਧੂ ਜੀ ਤਾਂ ਹੁਣ ਦੁਬਾਰਾ ਆਮ ਆਦਮੀ ਪਾਰਟੀ 'ਚ ਨੇ। ਐਂ ਕਰਦੇ ਹਾਂ, ਬਲਕਾਰ ਸਿੱਧੂ ਜੀ ਨੂੰ ਫੋਨ ਕਰਦੇ ਹਾਂ। ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ, ਬਲਕਾਰ ਸਿੱਧੂ ਜੀ ਨੂੰ ਪਹਿਲਾਂ ਅਸੀਂ 2 ਫੋਨ ਕਰ ਚੁੱਕੇ ਹਾਂ। ਉਹਨਾਂ ਦਾ ਸ਼ਾਇਦ PA ਸਾਹਿਬ ਫੋਨ ਚੁੱਕਦੇ ਨੇ, ਕਹਿੰਦੇ ਜੀ ਉਹ ਅੰਦਰ ਬੈਠੇ ਨੇ, ਆਨੰਦ ਕਾਰਜ ਹੋ ਰਹੇ ਨੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਤਕਰੀਬਨ ਇੰਨੀ ਦੇਰ ਲੱਗਦੀ ਨਹੀਂ ਆਨੰਦ ਕਾਰਜਾਂ ਨੂੰ, ਕਿਉਂਕਿ ਅਸੀਂ ਪਹਿਲਾਂ ਤੋਂ ਫੋਨ ਕਰ ਰਹੇ ਹਾਂ। ਅਤੇ ਅਸੀਂ ਇੱਕ ਵਾਰ ਬਲਕਾਰ ਸਿੱਧੂ ਸਾਹਿਬ ਨੂੰ ਦੁਬਾਰਾ ਫੋਨ ਕਰਦੇ ਹਾਂ ਜੀ, ਅਤੇ ਕੋਸ਼ਿਸ਼ ਕਰਦੇ ਹਾਂ ਜੇ ਉਹ ਫੋਨ ਚੁੱਕਦੇ ਨੇ। ਬਲਕਾਰ ਸਿੱਧੂ ਜੀ ਨੇ ਜਿਹੜੀ ਪਾਈ ਸੀ, 1 ਮਿੰਟ ਇੱਥੇ ਪਈ ਸੀ ਕਾਪੀ, ਤੁਸੀਂ ਦਿਖਾਓਗੇ? ਹਾਂਜੀ, ਉਹਨਾਂ ਨੇ 2000 ਇੱਥੇ ਪਈ ਹੈ ਮੇਰੇ ਖਿਆਲ 'ਚ, ਇਹੀ ਹੈ ਇਹੀ ਹੈ 2014 'ਚ। ਨਹੀਂ, ਇਹਦਾ ਉਹਦਾ ਜਵਾਬ ਆਇਆ ਹੋਇਆ ਜੀ। ਹਾਂਜੀ, ਫਿਰ ਇਸ ਤੋਂ ਪਹਿਲਾਂ ਹੀ ਪਾਈ ਹੋਣੀ ਨਾ ਤੁਸੀਂ, RTI 'ਚ ਲਿਆ ਸੀ ਜਵਾਬ। ਹਾਂ, ਬੈਲ ਜਾ ਰਹੀ ਹੈ ਬਲਕਾਰ ਸਿੱਧੂ ਜੀ ਨੂੰ। 9871 00008 ਨੰਬਰ ਹੈ। ਇਹ ਜਵਾਬ ਹੈ ਜੀ। The person you're calling ਕੀ ਕਹਿੰਦੇ ਜਵਾਬ? ਇਹ ਜਵਾਬ ਹੈ ਜੀ ਬਲਕਾਰ ਸਿੱਧੂ ਜੀ ਦਾ, ਜਿਸ ਦੇ ਵਿੱਚ ਮੈਂ ਕਹਿ ਰਿਹਾ ਸੀ। ਹੁਣ ਇਸ ਦੇ ਵਿੱਚ ਦੇਖੋ, ਇਟ ਇਜ਼ ਸਬਮਿਟਡ ਦੈਟ ਅ ਕੰਪਰੀਹੈਂਸਿਵ ਇਨਕੁਆਇਰੀ ਮੇ ਬੀ ਕੰਡਕਟਡ ਟੂ ਐਸਰਟੇਨ ਦ ਐਲੀਗੇਸ਼ਨਸ। ਪਰ ਉਹ ਫਿਰ ਇਲੈਕਸ਼ਨ ਟਾਈਮ ਦੇ ਉੱਤੇ ਕਿੰਨਾ ਕੁ ਟਾਈਮ ਹੁੰਦਾ? ਇਹ 2014 ਵਿੱਚ ਕਿਹਾ ਗਿਆ ਵੀ 2015 'ਚ ਕਿਹਾ ਗਿਆ ਵੀ ਇਨਕੁਆਇਰੀ ਰਿਕੁਆਇਰਡ ਹੈ। ਬਲਕਾਰ ਸਿੱਧੂ ਦੀ ਆਬਜੈਕਸ਼ਨ ਦੇ ਉੱਤੇ ਆਹ ਜਵਾਬ ਬਣਾ ਕੇ ਫੋਨ ਬੈਕ ਕਾਲ ਆਈਏ ਬਲਕਾਰ ਸਿੱਧੂ ਜੀ ਦੀ, ਗੱਲ ਕਰਕੇ ਦੇਖਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਬਲਕਾਰ ਸਿੱਧੂ ਜੀ। ਹਾਂਜੀ ਸਰ, ਗੱਲ ਕਰੋ ਜੀ। ਹਾਂਜੀ ਬਲਕਾਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਹੇ ਹਾਂ ਜੀ, ਚੰਡੀਗੜ੍ਹ ਤੋਂ, ਦਾ ਖਬਰਸਾਰ ਚੈਨਲ ਤੋਂ ਪੱਤਰਕਾਰ। ਹਾਂਜੀ ਸਿੱਧੂ ਸਾਹਿਬ, ਇੱਕ ਚੀਜ਼ ਪੁੱਛਣੀ ਸੀ। ਤੁਸੀਂ 2014 ਵਿੱਚ ਕੰਪਲੇਂਟ ਪਾਈ ਸੀ ਪ੍ਰੋਫੈਸਰ ਬਲਜਿੰਦਰ ਕੌਰ ਦੇ ਖਿਲਾਫ ਨਾ, ਵੀ ਉਹਨਾਂ ਦੀ ਜਿਹੜੀ ਗਲਤ ਵੋਟ ਬਣੀ ਹੋਈ ਹੈ। ਇਹ ਕੰਪਲੇਂਟ ਨਹੀਂ, ਮੈਂ ਤਾਂ ਵੈਸੇ ਬੋਲਿਆ ਸੀ ਪ੍ਰੈਸ ਦੇ ਵਿੱਚ। ਨਹੀਂ, ਪ੍ਰੈਸ ਵਿੱਚ ਨਹੀਂ ਪਾਈ, ਉਹ ਬੰਦਾ ਹੋਰ ਸੀ ਜਿਹਨੇ ਪਾਈ ਸੀ। ਅੱਛਾ, ਤੇ ਫਿਰ ਉਹ ਵੋਟਾਂ ਠੀਕ ਹੋ ਗਈਆਂ ਜੀ? ਕੀ ਬਣਿਆ ਉਹਦਾ? ਪਤਾ ਨਹੀਂ ਜੀ, ਮੈਨੂੰ ਨਹੀਂ ਪਤਾ ਜੀ ਉਹਦੇ ਬਾਰੇ। ਤੁਸੀਂ ਅੱਗੇ ਕੋਸ਼ਿਸ਼ ਨਹੀਂ ਕੀਤੀ ਜਾਣਨ ਦੀ? ਨਹੀਂ ਜੀ, ਨਹੀਂ ਕੀਤੀ। ਮੈਂ ਤਾਂ ਪਾਈ ਨਹੀਂ, ਮੈਂ ਤਾਂ ਵੈਸੇ ਬੋਲਿਆ ਸੀ ਪ੍ਰੈਸ ਦੇ ਵਿੱਚ ਵੀ 2 ਵੋਟਾਂ, ਤੋਂ ਬਾਅਦ ਸ਼ਾਇਦ ਪਤਾ ਨਹੀਂ। ਅੱਛਾ, ਹੋਰ ਜਿਹਨੇ ਪਾਈ ਸੀ ਕੰਪਲੇਂਟ। ਅੱਛਾ, ਨਹੀਂ 2 ਵੋਟਾਂ ਤੁਸੀਂ ਮੁੱਦਾ ਚੱਕਿਆ ਸੀ, ਤੁਸੀਂ ਆਪ ਕਹਿ ਰਹੇ ਹੋ ਪ੍ਰੈਸ ਦੇ ਵਿੱਚ, ਤੇ ਫਿਰ ਉਹ ਮੁੱਦਾ ਸੋਲਵ ਹੋ ਗਿਆ ਕਿ ਉਹ ਤਾਂ ਚੱਲੀ ਜਾਂਦਾ ਮੇਰੇ ਖਿਆਲ 'ਚ? ਛੱਡਤਾ ਜੀ, ਕਿਉਂਕਿ ਇੱਥੇ ਪਤਾ ਹੈ ਆਪਣਾ ਹਿੰਦੁਸਤਾਨ ਕਿੱਦਾਂ ਦਾ ਜੀ, ਬਸ ਉੱਥੇ ਖਿਆਲ ਛੱਡਤਾ ਬਸ। ਨਹੀਂ, ਮੈਂ ਤਾਂ ਹੀ ਤੁਹਾਡਾ ਪੱਖ ਲੈਣ ਨੂੰ ਹੀ ਫੋਨ ਕੀਤਾ ਜੀ, ਵੀ ਮੈਂ ਜਾਣਾ, ਮੈਂ ਖਬਰ ਕਰ ਰਿਹਾ ਸੀ, ਤੇ ਮੈਂ ਕਿਹਾ ਬਲਕਾਰ ਸਿੱਧੂ ਜੀ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ, ਬੜੀ ਚੰਗੀ ਗੱਲ ਹੈ। ਤੇ ਅੱਗੇ ਬਣਿਆ ਕੀ ਸਿੱਧੂ ਸਾਹਿਬ ਨੂੰ ਪੁੱਛਾਂ? ਨਹੀਂ ਪਤਾ ਜੀ, ਕੁਝ ਨਹੀਂ ਬਣਿਆ। 2014 ਤੋਂ ਬਾਅਦ ਕੁਝ ਮੈਂ ਆਪਾਂ ਘਰੇ ਬਹਿ ਗਈ। ਤੁਸੀਂ ਹੁਣ ਆਮ ਆਦਮੀ ਪਾਰਟੀ 'ਚ ਦੁਬਾਰਾ ਹੋਏ ਹੋ ਸ਼ਾਮਲ, ਤੁਸੀਂ ਪੁੱਛਿਆ ਨਹੀਂ ਜੀ ਕੇਜਰੀਵਾਲ ਸਾਹਿਬ ਨੂੰ ਵੀ ਉਹਦਾ ਕੀ ਬਣਿਆ ਹੈ? ਕਿਉਂਕਿ ਲੀਗਲੀ ਤਾਂ ਅਸੀਂ ਤਾਂ ਇਮਾਨਦਾਰੀ ਦੀ ਗੱਲ ਕਰਦੇ ਹਾਂ, ਤਾਂ ਖੁਦ ਇਹ ਤਾਂ ਗਲਤ ਚੀਜ਼ ਹੈ। ਪਤਾ ਕੀ ਹੈ ਜੀ, ਕੱਲਾ ਕੇਜਰੀਵਾਲ ਸਾਹਿਬ ਕੀ ਕਰ ਰਹੇ ਜਦੋਂ ਪ੍ਰਸ਼ਾਸਨ ਵਿੱਚ ਜਦੋਂ ਗਏ ਆ, ਕੋਈ ਗਿਆ ਹੋਊਗਾ, ਮੈਂ ਤੁਹਾਨੂੰ ਨੰਬਰ ਦੇ ਦੇਣਾ ਬੰਦੇ ਦਾ, ਜਿਹਨੇ ਕਰਿਆ ਉਹਦੇ ਨਾਲ ਗੱਲ ਕਰ ਲਓ ਜੀ। ਨਹੀਂ, ਇਹ ਵੀ ਗਲਤ ਹੈ ਨਾ ਭਾਜੀ। ਅਡੋਪਟਡ ਫਾਦਰ ਸੀਗੇ, ਉਹ ਐਕਸਪਾਇਰ ਹੋਏ, ਉਸ ਤੋਂ ਬਾਅਦ ਦੁਬਾਰਾ ਉਹ, ਇਹ ਤਾਂ ਲੀਗਲੀ ਹੋ ਹੀ ਨਹੀਂ ਸਕਦਾ।
ਤੇ ਤੁਸੀਂ ਬਹੁਤ ਚੰਗੀ ਗੱਲ ਕੀਤੀ ਸੀ, ਤੁਸੀਂ 2014 ਜਵਾ ਚੁੱਕੀ ਸੀ, ਹਾਲਾਂਕਿ ਤੁਹਾਡੀ ਟਿਕਟ ਕੱਟੀ ਸੀ, ਤੁਸੀਂ ਤਾਂ ਬੋਲੇ ਸੀ, ਲੇਕਿਨ ਵੀ ਤੁਹਾਨੂੰ ਲੱਗਦਾ ਨਹੀਂ ਇਹ ਮੁੱਦਾ ਤਾਂ ਚੁੱਕਣਾ ਚਾਹੀਦਾ ਦੁਬਾਰਾ ਜੀ? ਦੇਖੋ ਮੈਂ ਤੁਹਾਨੂੰ ਗੱਲ ਕਹਿਤੀ ਜੀ, ਮੈਂ ਮੁੱਦੇ ਤੇ ਚੱਕਾਂਗੇ ਤਾਂ ਜੇ ਕੋਈ ਗੱਲ ਕੋਈ ਸੁਣਵਾਈ ਹੋਊਗੀ, ਸੁਣਵਾਈ ਹੈ ਨਹੀਂ ਜਦੋਂ ਕਿਉਂ ਨੰਬਰ ਦੇਦਾ ਕੇਜਰੀਵਾਲ ਸਾਹਿਬ ਸੁਣਦੇ ਨਹੀਂ? ਮੈਂ ਇਹ ਗੱਲ ਕਹਿਣਾ, ਜਿਹੜੇ ਬੰਦੇ ਨੇ ਮੁੱਦਾ ਚੁੱਕਿਆ ਸੀ ਉਹ ਗਾਂ ਅੱਗੇ ਤੱਕ ਗਿਆ, ਉਹਦਾ ਨੰਬਰ ਲੈ ਲਓ, ਉਹਦੇ ਨਾਲ ਗੱਲ ਕਰੋ ਤੁਸੀਂ। ਨਹੀਂ ਉਹ ਤਾਂ ਚਲੋ ਮੈਂ ਕਰ ਲੈਣਾ, ਮੈਂ ਤੁਸੀਂ ਕੇਜਰੀਵਾਲ ਸਾਹਿਬ ਨੂੰ ਨਹੀਂ ਦੱਸਿਆ ਤੁਹਾਡੇ ਦਾ ਇਲਾਕੇ ਦਾ ਮਾਮਲਾ ਹੈ ਜੀ? ਮੈਂ ਕੀ ਦੱਸੂਗਾ ਜੀ, ਮੈਂ ਤੁਹਾਨੂੰ ਦੱਸਦਾ ਤਾਂ ਵੀ ਦੱਸ ਕੀ ਕਰਾਂਗੇ ਜੀ। ਚਲੋ ਬਹੁਤ ਬਹੁਤ ਧੰਨਵਾਦ ਭਾਜੀ। ਮੇਰੀ ਗੱਲ ਜਦੋਂ ਦੁਨੀਆ ਨੂੰ ਪਤਾ ਲੱਗ ਗਿਆ ਕਿਸੇ ਗੱਲ ਦਾ, ਤੇ ਫਿਰ ਉਹ ਜਿਹੜਾ ਉਸ ਦਾ ਪ੍ਰਸ਼ਾਸਨ ਆ ਉਹਨਾਂ ਨੇ ਕਿਉਂ ਨਹੀਂ ਖਬਰ ਲਈ? ਕਿਉਂ ਨਹੀਂ ਲਾਈ ਕਿਤੇ? ਜੇ ਤੁਹਾਡੀ ਗੱਲ ਆ ਵੀ ਜੇ ਕੋਈ ਬੰਦਾ ਗਲਤੀ ਕਰ ਰਿਹਾ ਤੇ ਪ੍ਰਸ਼ਾਸਨ ਉਹਨੂੰ ਨਿਗਾਹ 'ਚ ਨਹੀਂ ਆਉਂਦਾ। ਨਹੀਂ ਇਮਾਨਦਾਰੀ ਭਾਜੀ ਮੈਂ ਇਹ ਕਹਿ ਰਿਹਾ ਵੀ ਇਮਾਨਦਾਰੀ ਦੀ ਭ੍ਰਿਸ਼ਟਾਚਾਰ ਮੁਕਤ ਗੱਲ ਆਮ ਆਦਮੀ ਪਾਰਟੀ ਵੀ ਕਰਦੀ ਹੈ। ਮੈਂ ਤਾਂ ਪੁੱਛਿਆ ਵੀ ਇੱਕ ਵਾਰ ਤੁਸੀਂ ਬਹੁਤ ਚੰਗੀ ਗੱਲ ਕੀਤੀ ਸੀ, ਤੁਸੀਂ ਆਵਾਜ਼ ਚੁੱਕੀ, ਚੰਗੀ ਗੱਲ ਹੈ ਭਾਜੀ, ਲੇਕਿਨ ਉਹਦਾ ਅੱਗੇ ਮੈਂ ਜਿਹੜੀ ਗੱਲ ਤੁਹਾਨੂੰ ਪੁੱਛਦਾ ਜੀ, ਮੈਂ ਆਵਾਜ਼ ਚੁੱਕ ਲਈ ਜੀ, ਕਿਸੇ ਨੂੰ ਸੁਣਵਾਈ ਨਹੀਂ ਦਿੱਤੀ। ਨਹੀਂ ਤਾਂ ਫਿਰ ਨਾ ਤਾਂ ਸੁਣਿਆ ਕਿਸੇ ਨੂੰ, ਆਪਣੇ ਨੂੰ ਇਲੈਕਸ਼ਨ ਕਮਿਸ਼ਨ ਨੂੰ ਸੁਣਿਆ, ਨਾ ਡੀਸੀ ਨੂੰ ਸੁਣਿਆ, ਨਾ ਐਸਐਸਪੀ ਨੂੰ ਸੁਣਿਆ। ਠੀਕ ਹੈ ਨਾ, ਫਿਰ ਬਾਕੀ ਚਲੋ ਉਹ ਤਾਂ ਦੂਰ ਦੀ, ਉਹ ਤਾਂ ਬਾਹਰਲੇ ਹੋ ਗਏ ਨਾ ਜੀ, ਉਹ ਤਾਂ ਮਤਲਬ ਬਾਹਰਲੇ ਆਪਣੇ ਘਰ ਵਾਲੇ ਬੰਦਿਆਂ ਨੇ ਵੀ ਨਹੀਂ ਐਕਸ਼ਨ ਲਿਆ ਵੀ ਇਹਨੂੰ ਪਾਰਟੀ ਚੋਂ ਕੱਢੀਏ ਜਾਂ ਕੁਝ, ਤੁਸੀਂ ਗੱਲ ਨਹੀਂ ਕਰਕੇ ਦੇਖੀ? ਨਹੀਂ ਮੈਂ ਨਹੀਂ ਕੀਤੀ ਜੀ। ਓਕੇ ਚਲੋ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸੀ ਬਲਕਾਰ ਸਿੱਧੂ ਜੀ ਦਾ ਪੱਖ। ਤੇ ਇੱਕ ਵਾਰ ਐਂ ਕਰਦੇ ਹਾਂ ਅਸੀਂ ਜੀ, ਸਹਿਮਤ ਹਾਂ ਜੀ, ਇਹਨਾਂ ਨੇ ਜੋ ਗੱਲ ਕਹੀ ਹੈ ਵੀ ਜੇ ਕੋਈ ਸੁਣਵਾਈ ਨਹੀਂ ਕਰਦਾ, ਹੁਣ ਕੇਜਰੀਵਾਲ ਨੂੰ ਕੀ ਦੱਸਣਗੇ? ਕੇਜਰੀਵਾਲ ਸਾਹਮਣੇ ਵੀ ਬਲਜਿੰਦਰ ਕੌਰ ਨੇ ਇਹੀ ਪੱਖ ਰੱਖਣਾ ਕਿ ਦੇਖੋ ਜੀ ਜੇ ਪੁਲਿਸ ਨੇ ਕੁਝ ਨਹੀਂ ਕੀਤਾ, ਜੇ ਇਲੈਕਸ਼ਨ ਕਮਿਸ਼ਨ ਨੇ ਕੁਝ ਨਹੀਂ ਕੀਤਾ, ਤਾਂ ਇਹ ਤਾਂ ਐਵੇਂ ਫਜ਼ੂਲ ਦੀ ਗੱਲ ਹੈ ਜੀ। ਚਲੋ ਐਂ ਕਰਦੇ ਹਾਂ ਅਸੀਂ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੂੰ ਵੀ ਫੋਨ ਕਰਦੇ ਹਾਂ। ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ, ਅਸੀਂ ਪਹਿਲਾਂ 7 ਫੋਨ ਕਰ ਚੁੱਕੇ ਹਾਂ, ਉਹਨਾਂ ਦੇ 4 ਨੰਬਰ ਨੇ ਟੋਟਲ, ਜਿਨ੍ਹਾਂ ਵਿੱਚੋਂ ਅਸੀਂ 2 ਤੇ 7 ਫੋਨ ਕੀਤੇ ਨੇ। ਇੱਕ ਤਾਂ ਨੰਬਰ ਵੀ ਮੈਂ ਦੱਸਣਾ ਚਾਹਾਂਗਾ, ਸ਼ਾਇਦ ਉਹਨਾਂ ਦੇ ਹਸਬੈਂਡ ਦਾ ਹੋਵੇ ਨੰਬਰ 88 210 0005, ਤੇ ਇੱਕ ਨੰਬਰ ਹੋਰ ਹੈ ਜੀ ਉਹਨਾਂ ਦਾ, ਕਿਉਂਕਿ ਐਮਐਲਏ ਸਾਹਿਬਾਨ ਨੇ ਇਹਨਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਗੂਗਲ ਤੇ ਵੀ ਆਰਾਮ ਨਾਲ ਮਿਲ ਜਾਣਗੇ, ਨਾਲੇ ਪਬਲਿਕ ਪਲੇਟਫਾਰਮ ਤੇ ਨੇ ਇਹ, ਲੋਕਾਂ ਦੇ ਸੇਵਕ ਨੇ। ਤੇ ਦੂਜਾ ਜਿਹੜਾ ਨੰਬਰ ਸੀਗਾ ਉਹ ਨੰਬਰ ਇੱਕ ਹੋਰ ਹੈਗਾ ਜੀ, ਉਸ ਨੰਬਰ 'ਤੇ ਵੀ ਅਸੀਂ ਦੁਬਾਰਾ ਫੋਨ ਕਰਦੇ ਹਾਂ, ਹੁਣ ਕੋਈ 7 ਫੋਨ ਕੀਤੇ ਨੇ ਪਹਿਲਾਂ 98 555 64 264 ਤੇ। ਇਹ ਕਰਕੇ ਦੇਖਦੇ ਹਾਂ ਅਸੀਂ, ਮੈਂ ਨੰਬਰ ਇਸ ਕਰਕੇ ਬੋਲ ਰਿਹਾ, ਕਈ ਵਾਰ ਕੋਈ ਸੋਚਦਾ ਪਤਾ ਨਹੀਂ ਕਿਸੇ ਹੋਰ ਨੂੰ ਨਾ ਫੋਨ ਕਰ ਰਿਹਾ ਹੋਵੇ, ਨਾਲੇ ਐਮਐਲਏ ਸਾਹਿਬ ਨੇ। You can wait or call again later. फोन बिजी है। आपने जिस व्यक्ति को कॉल किया है वो अन्य कॉल पर व्यस्त है, कृपया प्रतीक्षा करें। ਅਸੀਂ ਦੁਬਾਰਾ ਕਰਦੇ ਹਾਂ ਫੋਨ, ਕਿਉਂਕਿ ਇਹਨਾਂ ਦੇ ਨੰਬਰ ਜੇ ਤੁਸੀਂ ਗੂਗਲ ਤੇ ਵੀ ਲੱਭੋਗੇ, ਕਿਉਂਕਿ ਇਹ ਉੱਥੇ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਅਵੇਲੇਬਲ ਹੁੰਦਾ ਹੈ, ਨਾਲੇ ਵੈਸੇ ਵੀ ਇਹ ਲੋਕਾਂ ਦੇ ਸੇਵਕ ਨੇ, ਨੰਬਰ ਤਾਂ ਕਿਸੇ ਕੋਲੋਂ ਵੀ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਹੈ। ਇੱਕ ਵਾਰ ਦੁਬਾਰਾ ਕਰਕੇ ਦੇਖਦੇ ਹਾਂ ਜੀ ਅਸੀਂ। You have called is speaking to someone else. You can wait or call again later. आपने जिस व्यक्ति the number you have dialed is currently busy. ਨੰਬਰ ਕੱਟਿਆ ਗਿਆ ਹੈ। ਇਹਨਾਂ ਦੇ ਜਿਹੜਾ ਦੂਸਰਾ ਨੰਬਰ ਹੈਗਾ ਉਸ ਉੱਪਰ ਫੋਨ ਕਰਕੇ ਦੇਖਦੇ ਹਾਂ ਜੀ ਅਸੀਂ, 0005 ਵਾਲਾ ਨੰबर। गाना कॉपी करने के लिए कोई भी की दबाएं। शुल्क 39 ਕਿਉਂਕਿ ਇਸੇ ਪੱਖ ਲੈਣਾ ਵੀ ਜ਼ਰੂਰੀ ਹੈ, ਇੱਕ ਵਾਰ ਪੁੱਛ ਲਈਏ, ਫਿਰ ਕੱਲ ਨੂੰ ਕਿਤੇ ਇਹ ਨਾ ਕਹਿਣ ਸਾਨੂੰ ਪੁੱਛਿਆ ਨਹੀਂ। ਮਰਜ਼ੀ ਹੈ ਤੁਹਾਡੀ, ਤੁਸੀਂ ਪੱਤਰਕਾਰ ਹੋ ਜੀ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰੋਫੈਸਰ ਬਲਜਿੰਦਰ ਕੌਰ ਜੀ ਨਾਲ ਗੱਲ ਕਰਨੀ ਸੀ। ਹਾਂਜੀ ਕੌਣ ਬੋਲ ਰਿਹਾ? ਹਾਂਜੀ ਮੈਂ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ, ਪੱਤਰਕਾਰ ਚੰਡੀਗੜ੍ਹ ਤੋਂ। ਹਾਂਜੀ 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 ਮੈਂ ਕਰਵਾਉਣਾ ਜੀ। ਹਾਂਜੀ 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 ਕੇਸ ਨੰਬਰ ਕਿਹੜਾ ਸੀ ਜਿਹੜਾ 2011 ਵਿੱਚ ਹੋਇਆ ਖਤਮ? ਸਿਵਲ ਚੋਟ 56। ਭਾਈ ਮੈਂ ਨਾ 5 ਮਿੰਟ ਤੱਕ ਕਰਵਾਉਣਾ, ਕੋਈ ਜ਼ਰੂਰੀ ਤੇ ਨਹੀਂ ਆ ਮੈਂ ਮੈਸੇਜ ਦੇਣਾ? ਨਹੀਂ ਸਿੱਕਾ ਤਾਂ ਜ਼ਰੂਰੀ, ਚਲੋ ਤੁਸੀਂ ਕਰਵਾ ਦਿਓ। ਕੋਈ ਕੀ ਬਾਈਟ ਵਗੈਰਾ ਲੈਣੀ ਕੋਈ? ਹਾਂਜੀ ਹਾਂਜੀ ਉਹਨਾਂ ਦਾ ਵਰਜ਼ਨ ਲੈਣਾ ਸੀ ਮੈਂ। ਕਾਹਦੇ ਤੇ? ਕੋਈ ਮੈਟਰ ਸੀਗਾ, ਉਹਦੇ ਉੱਪਰ ਪੱਖ ਲੈਣਾ ਸੀ ਮੈਮ ਦਾ। ਕਿਹੜਾ ਮੈਟਰ ਆ? ਮੈਂ ਦੱਸ ਦਿੰਦਾ, ਉਹਨਾਂ ਨੂੰ ਕਰਵਾ ਦੇਣਾ 5 ਮਿੰਟ ਤੱਕ। ਹਾਂਜੀ ਕੋਈ ਨਾ, ਮੈਂ ਭਾਜੀ ਉਹਨਾਂ ਨੂੰ ਦੱਸ ਦਾਂਗਾ ਜਦੋਂ ਹੋਇਆ, ਉਹਨਾਂ ਨੂੰ ਟਾਈਮ ਨੂੰ ਪਲੀਜ਼ ਕਾਲ ਕਰਵਾ ਦਿਓ। ਸਕਾਲਰਸ਼ਿਪ ਤੇ? ਸੌਰੀ ਕਾਹਦੇ ਤੇ? ਉਹ ਕੋਈ ਇਸ਼ੂ ਹੈਗਾ ਜੀ, ਮੈਂ ਉਹਨਾਂ ਨਾਲ ਗੱਲ ਕਰ ਲਾਂਗਾ, ਤੁਸੀਂ ਕਾਈਂਡਲੀ ਕਰਵਾ ਦਿਓ, ਬੇਨਤੀ ਹੈ ਮੇਰੀ। ਮੈਂ ਫਿਰ ਵੀ ਇਸ਼ੂ ਦੱਸ ਦਿੰਦੇ। ਭਾਜੀ ਮੈਂ ਉਹਨਾਂ ਨੂੰ ਦੱਸ ਦਾਂਗਾ ਫਿਰ ਕਿਤੇ। ਹਾਂਜੀ ਮੈਂ ਕਿਹਾ ਮੈਂ ਉਹਨਾਂ ਨੂੰ ਹੀ ਦੱਸ ਦਾਂਗਾ ਇਸ਼ੂ, ਕਿਤੇ ਇਸ਼ੂ ਸੁਣ ਕੇ ਫਿਰ ਦੁਬਾਰਾ ਕਾਲ ਹੀ ਨਾ ਆਵੇ ਜੀ। ਤੂੰ ਫਿਰ ਵੀ ਚਲੋ ਦੱਸ ਦੋ। ਨਹੀਂ ਨਹੀਂ ਮੇਰੀ ਬੇਨਤੀ ਹੈ, ਤੁਸੀਂ ਜੇ ਟਾਈਮ ਲੱਗਿਆ ਉਹਨਾਂ ਨੂੰ ਕਰਵਾ ਦਿਓ ਪਲੀਜ਼।
ਠੀਕ ਹੈ ਬਾਈ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਨਹੀਂ ਕਿਉਂਕਿ ਜੀ ਮੈਂ ਇਸ਼ੂ ਦੱਸਾਂਗਾ ਸ਼ਾਇਦ ਦੁਬਾਰਾ ਫੋਨ ਨਾ ਆਵੇ, ਤੇ ਚਲੋ ਉਡੀਕ ਕਰਾਂਗੇ ਬਲਕਾਰ ਸਿੱਧੂ ਜੀ ਦਾ। ਮੈਂ 3 ਵਾਰ ਕੀਤਾ ਸੀ, ਉਹ ਮੇਰੇ ਖਿਆਲ ਆਨੰਦ ਕਾਰਜਾਂ ਵਿੱਚ ਸੀਗੇ, ਪੀਏ ਸਾਹਿਬ ਨੇ ਕਿਹਾ, ਤੇ ਦੁਬਾਰਾ ਜਦੋਂ ਫੋਨ ਆਇਆ ਸੀ ਤਾਂ ਆਪਾਂ ਪੱਖ ਲੈ ਲਿਆ। ਤੇ ਸਰ ਹੁਣ ਕਹਾਣੀ ਕੀ ਹੈ, ਬਲਕਾਰ ਸਿੱਧੂ ਨੇ ਵੀ ਵਿਚਾਰਿਆਂ ਨੇ ਦੁਖੜਾ ਰੋਇਆ ਹੈ, ਕਹਿੰਦੇ ਜਦੋਂ ਸੁਣਵਾਈ ਨਾ ਹੋਵੇ ਕਹੀਏ ਕਿਹਨੂੰ। ਲੇਕਿਨ ਗੱਲ ਇਹ ਵੀ ਹੈ ਨਾ, ਬਾਹਰਲੇ ਬੰਦੇ ਨਹੀਂ ਸੁਣ ਰਹੇ, ਅਸੀਂ ਮੰਨ ਸਕਦੇ ਹਾਂ। ਬਾਹਰਲੇ ਮੇਰਾ ਕਹਿਣ ਤੋਂ ਭਾਵ ਹੈ ਜਿਹੜਾ ਪਾਰਟੀ ਤੋਂ ਬਾਹਰ ਦੇ ਨੇ, ਪਰ ਪਾਰਟੀ ਵਾਲੇ ਵੀ ਨਹੀਂ ਤੁਹਾਡੀ ਸੁਣ ਰਹੇ। ਦੇਖੋ ਜੀ, ਇਹ ਲੜਾਈ ਸੌਖੀ ਨਹੀਂ ਹੁੰਦੀ। ਬੀੜਾ ਤਾਂ ਮੈਂ ਚੁੱਕ ਲਿੱਤਾ ਲੜਨ ਦਾ, ਇੱਕ ਆਮ ਆਦਮੀ, ਪਰ ਆਪਣਾ ਜਿਵੇਂ ਬਲਕਾਰ ਸਿੱਧੂ ਜੀ ਨੇ ਕਿਹਾ, ਮੈਂ ਤਾਂ ਹੀ ਉਹਨਾਂ ਨਾਲ ਸਹਿਮਤ ਹੋਇਆ ਵੀ ਆਪਣਾ ਸਿਸਟਮ ਇੰਨਾ ਕੁ ਜ਼ਿਆਦਾ ਜੁਡੀਸ਼ੀਅਲ ਸਿਸਟਮ ਤੇ ਬਾਕੀ ਦਾ ਸਿਸਟਮ ਕਿ ਇੱਕ IAS ਅਫਸਰ ਜੇ ਫਾਈਲ ਦੱਬ ਕੇ ਬੈਠ ਜਾਵੇ, ਤੁਸੀਂ ਕਿੱਥੇ ਤੱਕ ਜਾਓਗੇ? ਕੋਰਟ 'ਚ ਜਾਓਗੇ। ਹੁਣ 2019 ਤੋਂ ਲੈ ਕੇ ਹੁਣ 2021 ਆ ਗਈ ਹੈ, ਹਜੇ ਵੀ ਮੈਂ ਕੋਰਟ 'ਚ ਹਾਂ। ਹੁਣ ਸੁਪਰੀਮ ਕੋਰਟ ਨੇ ਕਿਹਾ ਸੀਗਾ, ਮੈਂ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਹੋਈ ਹੈ, ਤੇ ਮੇਰੀ ਅਪੀਲ ਸਿਰਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਬਲਜਿੰਦਰ ਕੌਰ ਨੂੰ ਹੈ ਵੀ ਇਹ ਕੇਸ ਦੇ ਉੱਤੇ ਕੋਈ ਡਿਸੀਜਨ ਤਾਂ ਲਓ। ਜਿਹੜੀ ਕੰਪਲੇਂਟ ਹੈ, ਕੰਪਲੇਂਟ ਦੇ ਉੱਤੇ ਕੋਈ ਡਿਸੀਜਨ ਤਾਂ ਲਓ। ਚਾਹੇ ਤੁਸੀਂ ਕਹੋ ਵੀ ਉਹ ਠੀਕ ਹੈ, ਜਾਂ ਕਹੋ ਵੀ ਹਿੰਦੂ। ਫੋਨ ਆ ਗਿਆ ਮੈਮ ਦਾ, ਦੁਬਾਰਾ ਇੱਕ ਵਾਰ ਗੱਲ ਕਰ ਲਈਏ। ਹੈਲੋ, ਹਾਂਜੀ 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 ਸਤਿ ਸ਼੍ਰੀ ਅਕਾਲ ਮੈਮ ਠਾਕੁਰ ਬੋਲ ਰਹੇ ਹਾਂ ਜੀ, ਚੰਡੀਗੜ੍ਹ ਤੋਂ। ਠਾਕੁਰ ਅਮਨਦੀਪ ਸਿੰਘ, ਪੱਤਰਕਾਰ। ਹਾਂਜੀ 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 ਮੈਮ, ਤੁਹਾਡਾ ਇੱਕ ਪੱਖ ਲੈਣਾ ਸੀ ਛੋਟਾ ਜਿਹਾ। ਇਹ ਜਿਹੜਾ ਮੈਮ ਤੁਹਾਡਾ ਜਿਹੜਾ ਇਹ ਵੋਟ ਵਾਲਾ ਜਿਹੜਾ ਮਾਮਲਾ ਸੀਗਾ, ਸਿਵਲ ਸੂਟ ਵੀ ਪਿਆ ਸੀ ਮੇਰੇ ਕੋਲ 56/2007, ਉਹਦੇ ਬਾਰੇ ਮੈਂ ਪੁੱਛਣਾ ਸੀਗਾ ਵੀ ਉਹ ਮੈਟਰ ਕੀ ਸੀਗਾ। ਕਿਉਂਕਿ ਜਿਹੜੀ ਇੱਕ ਰਿਪੋਰਟ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜੀ 2011 ਤੋਂ 15 ਤੱਕ ਤੁਹਾਡੀਆਂ 2 ਵੋਟਾਂ ਰਹੀਆਂ ਨੇ। ਮੇਰੀਆਂ ਕੋਈ 2 ਵੋਟਾਂ ਨਹੀਂ ਰਹੀਆਂ। ਜੀ ਇੱਕ ਵਾਰੀ ਨੇ ਮੈਂ 100,000 ਵਾਰੀ ਕਲੀਅਰ ਕਰ ਦਿੱਤਾ। ਜੀ ਠੀਕ ਹੈ ਨਾ ਮੈਮ। ਅਡਾਪਸ਼ਨ ਤੋਂ ਬਾਹਰ ਕਦੋਂ ਆਏ ਸੀ? ਮੈਂ ਤੁਹਾਨੂੰ ਗੱਲ ਦੱਸਤੀ ਵੀ ਮੈਂ ਇਹਨੂੰ 100,000 ਵਾਰੀ ਇਹਨੂੰ ਮੈਂ ਕਲੀਅਰ ਕਰ ਦਿੱਤਾ ਜੀ ਮੈਮ। ਅੱਜ ਕੱਲ ਬਲਜਿੰਦਰ ਕੌਰ ਵਾਈਫ ਆਫ ਸੁਖਰਾਜ ਸਿੰਘ ਆ, ਮੈਂ ਤੁਹਾਨੂੰ ਇਹ ਵੀ ਦੱਸ ਦੇ। ਬਿਲਕੁਲ ਠੀਕ ਹੈ ਜੀ। ਨਹੀਂ ਮੈਂ ਇਹ ਕਹਿ ਰਿਹਾ, ਪਤਾ ਤੀਜੇ ਦਿਨ ਉਹ ਇਸ਼ੂ ਕਿੱਥੋਂ ਨਿਕਲੇ ਆਉਂਦਾ ਹੈ, ਕੌਣ ਨਹੀਂ ਮੈਮ, ਇਹਨੂੰ ਲੈ ਕੇ ਆਉਂਦਾ ਹੈ। ਮੈਂ ਇਹ ਸਿਰਫ ਬੇਨਤੀ ਕਰ ਰਿਹਾ ਕਿ ਅਡਾਪਸ਼ਨ ਜਿਹੜੀ ਹੋਈ ਸੀ ਉਸ ਤੋਂ ਬਾਹਰ ਕਦੋਂ ਆਏ ਹੋ, ਮੈਂ ਇਹ ਪੁੱਛਣਾ ਚਾਹ ਰਿਹਾ। ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਜੀ, ਉਹ ਸਾਰਾ ਜਿਹੜਾ ਕਿਹੜੀ ਅਡਾਪਸ਼ਨ ਦੀ ਗੱਲ ਕਰਦੇ ਹੋ? ਜਿਹੜਾ ਜਦੋਂ ਸਾਰਾ ਜਿਹੜਾ ਆ ਉਹ ਨਿਬੜ ਗਿਆ ਸੀਗਾ ਤੇ ਬਾਰ-ਬਾਰ ਕਿਉਂ ਘੜੀਸਿਆ ਜਾ ਰਿਹਾ ਉਹਨੂੰ? ਮੈਮ ਨਹੀਂ, ਉਹ ਤਾਂ ਹਲੇ ਉਹਦੀ ਰਿਪੋਰਟ ਦੀ ਫਾਈਨਲ ਨਾ ਫਾਈਂਡਿੰਗਸ, ਲੇਕਿਨ ਜਿਹੜੀਆਂ ਬਠਿੰਡੇ ਵਾਲਿਆਂ ਨੇ ਇਲੈਕਟੋਰਲ ਆਫੀਸਰ ਨੇ ਮੈਮ ਦਿੱਤੀਆਂ ਲਿਖ ਕੇ। ਇਲੈਕਸ਼ਨ ਕਮਿਸ਼ਨ ਨੂੰ ਇੱਕ ਗੱਲ ਤੱਕ ਮਤਲਬ ਹੁੰਦਾ ਕਿ ਬਲਜਿੰਦਰ ਕੌਰ ਕੌਣ ਆ। ਜੀ, ਬਸ ਬਲਜਿੰਦਰ ਕੌਰ ਇਜ਼ ਓਨਲੀ ਵਨ ਪਰਸਨ। ਮੈਮ ਸਿਰਫ ਮੇਰਾ ਇੱਕ ਸਵਾਲ, ਸਿਰਫ ਇੱਕ ਆਖਰੀ ਸਵਾਲ ਮੇਰਾ, ਜਿਹੜੀ ਆਪਣਾ ਐਕਟ ਹੈਗਾ ਜੀ, ਹਿੰਦੂ ਅਡਾਪਸ਼ਨਸ ਐਂਡ ਮੇਨਟੇਨੈਂਸ ਐਕਟ 1956, ਕੀ ਇਹਦੇ ਵਿੱਚ ਜਿਹੜਾ ਅਡਾਪਸ਼ਨ ਹੋਈ ਹੈ ਲੀਗਲੀ ਉਸ ਤੋਂ ਬਾਹਰ ਆਇਆ ਜਾ ਸਕਦਾ ਹੈ? ਮੇਰਾ ਸਿਰਫ ਇੱਕ ਆਖਰੀ ਸਵਾਲ ਹੈ ਜੀ ਇਹ। ਮੈਨੂੰ ਇੱਕ ਚੀਜ਼ ਦੱਸੋ ਤੁਸੀਂ। ਮੈਂ ਮੇਰਾ ਸਵਾਲ ਦਾ ਜਵਾਬ ਦੇ ਦਿਓ, ਮੈਂ ਫਿਰ ਦੱਸਦਾ ਜੀ। ਮੈਨੂੰ ਵੀ ਦੱਸ ਦਿਓ ਨਾ। ਮੈਂ ਵੀ ਦੱਸ ਦਾਂਗਾ ਮੈਮ। ਮੈਨੂੰ ਇਲੈਕਸ਼ਨ ਕਮਿਸ਼ਨ ਨੂੰ ਮਤਲਬ ਹੈਗਾ ਕਿ ਹੈ ਨਹੀਂ, ਇਹ ਦੱਸੋ ਪਹਿਲਾਂ ਮੈਨੂੰ। ਮੈਂ ਤੁਹਾਨੂੰ ਸਿਰਫ ਇੱਕ ਇਲੈਕਸ਼ਨ ਕਮਿਸ਼ਨ ਕੀ ਕਹਿੰਦਾ ਆ? ਉਹਨੇ ਤਾਂ ਲਿਖ ਕੇ ਭੇਜਤਾ ਜੀ, ਜਿਹੜਾ ਬਠਿੰਡੇ ਵਾਲਾ ਹੈ। ਇਲੈਕਸ਼ਨ ਕਮਿਸ਼ਨ ਇਹ ਕਹਿੰਦਾ ਆ ਕਿ ਬਲਜਿੰਦਰ ਕੌਰ ਇੱਕੋ ਹੀ ਆ ਨਾ, ਉਹਦੀ ਵੋਟ ਇੱਕੋ ਹੀ ਆ ਨਾ। ਨਹੀਂ ਮੈਮ, 2 ਹੈ ਮੇਰੇ ਕੋਲ ਕਾਗਜ਼ ਪਏ ਜੀ। ਕਿੱਥੇ ਆ? ਮੈਨੂੰ ਤੁਸੀਂ ਦਿਖਾਓ, ਮੈਨੂੰ ਕਿੱਥੇ ਆ 2 ਵੋਟਾਂ? ਉਹਨਾਂ ਨੇ ਲਿਖ ਕੇ ਭੇਜੀਆਂ ਜੀ 2011 ਤੋਂ 2015 ਤੱਕ। ਸਾਰੇ ਕਾਗਜ਼ ਫਰੋਲ ਲਓ ਮੈਮ, ਹੈਗੇ ਜੀ। ਵੋਟ ਇੱਕ ਆ। ਅੱਜ ਕੱਲ ਮੇਰੀ ਵੋਟ ਜਿਹੜੀ ਆ ਬਲਜਿੰਦਰ ਕੌਰ ਵਾਈਫ ਆਫ ਸੁਖਰਾਜ ਸਿੰਘ ਦੇ ਨਾਮ। ਹਾਂਜੀ ਇਹ ਤਾਂ ਤੁਹਾਡੀ ਹੁਣ ਦੀ ਹੋਣੀ ਹੈ ਨਾ ਜੀ। ਹਾਂਜੀ, ਇਹ ਤਾਂ ਹੁਣ ਦੀ ਹੋਣੀ ਹੈ ਨਾ ਮੈਮ। ਜਿਹੜੀ ਪਹਿਲਾਂ ਵਾਲੀ ਹੈਗੀ ਆ ਉਹ ਰਿਪੋਰਟ ਜਿਹੜੀ ਗਈ ਹੋਈ ਹੈ। ਮੇਰੀ ਗੱਲ ਸੁਣ ਭਰਾਵਾ, ਪਤਾ ਨਹੀਂ ਤੁਸੀਂ ਕਿੱਥੋਂ ਘੜੀਸਦੇ ਹੋ। ਮੈਟਰ ਖਤਮ ਹੋ ਚੁੱਕਿਆ, ਇਹਦੇ ਚ ਕੱਖ ਲੈਣਾ ਦੇਣਾ ਨਹੀਂ। ਵਿਰੋਧੀਆਂ ਨੂੰ ਜਦੋਂ ਕੋਈ ਮਸਲਾ ਨਹੀਂ ਮਿਲਦਾ ਤਾਂ ਤੀਜੇ ਦਿਨ ਚੱਕ ਕੇ ਵੋਟ ਦਾ ਇਸ਼ੂ ਕਰ ਦਿੰਦੇ। ਮੈਂ ਬੜਾ ਕਲੀਅਰ ਕਰ ਦਈਏ, ਬਲਜਿੰਦਰ ਕੌਰ ਇੱਕੋ ਹੀ ਆ। ਮੇਰਾ ਵਰਜ਼ਨ ਪਾ ਲਓ ਤੁਸੀਂ। ਬਲਜਿੰਦਰ ਕੌਰ ਓਨਲੀ ਵਨ ਬਲਜਿੰਦਰ ਕੌਰ। ਮੈਮ 8/10 ਮੈਮ ਬੇਨਤੀ ਸੁਣ ਲਓ ਜੀ। 8/10/2018 ਨੂੰ ਇਹ ਡਿਸਟ੍ਰਿਕਟ ਇਲੈਕਟੋਰਲ ਆਫੀਸਰ ਬਠਿੰਡਾ ਦੇ ਨੇ ਲਿਖ ਕੇ ਭੇਜਿਆ ਹੋਇਆ ਜੀ, ਫਰੀਦਕੋਟ ਡਿਵੀਜ਼ਨ ਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਨੇ ਉਹਨਾਂ ਨੂੰ। ਨਹੀਂ, ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਕਾਪੀ ਭੇਜ ਦੇਣਾ ਜੀ, ਮੈਂ ਤੁਹਾਨੂੰ ਕਾਪੀ ਭੇਜ ਦੇਣਾ। ਪਤਾ ਨਹੀਂ ਫਿਰ ਹੁਣ ਮੈਨੂੰ ਇੱਕ ਗੱਲ ਦੱਸੋ ਜੀ। ਹੁਣ ਮੈਂ ਜਿਹੜੀ ਚੀਜ਼ ਕਦੋਂ ਲਿਖ ਕੇ ਭੇਜਿਆ, ਕੀ ਲਿਖ ਕੇ ਭੇਜਿਆ? ਅੱਜ ਕੱਲ ਮੈਂ ਵਾਈਫ ਆਫ ਸੁਖਰਾਜ ਸਿੰਘ ਆ। ਮੈਂ ਮੰਨ ਗਿਆ। ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ। ਅਡਾਪਸ਼ਨ ਤੋਂ ਬਾਹਰ ਆਉਣ ਦਾ ਕੋਈ ਲੀਗਲ ਪ੍ਰੋਸੀਜਰ ਹੈਗਾ? ਮੈਨੂੰ ਵੀ ਤੁਸੀਂ ਯਾਰ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਪਹਿਲਾਂ ਪੁੱਛਿਆ ਸੀ ਜੀ, ਮੈਂ ਤੁਹਾਡੇ ਤੋਂ ਦਊਂਗਾ। ਮੇਰੀ ਗੱਲ ਸੁਣੋ, ਮੇਰੇ ਤਾਂ ਹੀ ਲੈਣਾ ਦੇਣਾ ਕਿਸੇ ਨੂੰ ਕੀ ਆ ਬਾਈ ਭਰਾਵਾ? ਮੈਮ ਕਿਉਂ ਨਹੀਂ ਲੈਣਾ ਮੈਮ? ਤੁਸੀਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੋ ਜੀ। ਤੁਸੀਂ ਇੱਕ ਸਹੀ ਮੈਸੇਜ ਦੇਣਾ ਲੋਕਾਂ ਨੂੰ। ਮੈਂ ਤਾਂ ਸਿਰਫ ਇਹ ਪੁੱਛ ਰਿਹਾ ਮੈਮ ਮੇਰੀ ਸਵਾਲ ਦਾ ਜਵਾਬ ਦੇ ਦਿੱਤਾ ਆਲਰੇਡੀ। ਇੱਕ ਵਾਰੀ ਨਹੀਂ, 1000 ਵਾਰੀ ਦੇ ਦਿੱਤਾ। ਮੈਮ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਹਿੰਦੂ ਅਡਾਪਸ਼ਨਸ ਐਂਡ ਮੇਨਟੇਨੈਂਸ ਐਕਟ 1956 ਦੇ ਤਹਿਤ ਅਸੀਂ ਬਾਹਰ ਫੋਨ ਕੱਟ ਗਿਆ।
ਲੀਗਲੀ ਜੇ ਦੇਖਿਆ ਜਾਵੇ ਤਾਂ ਜੋ ਕਾਨੂੰਨ ਵੀ ਕਹਿੰਦਾ ਹੈ ਸੈਕਸ਼ਨ 15 ਹਿੰਦੂ ਐਡਾਪਸ਼ਨ ਐਂਡ ਮੇਨਟੇਨੈਂਸ ਐਕਟ ਦਾ ਇਹ ਕਹਿੰਦਾ ਹੈ ਕਿ ਅਸੀਂ 2-3 ਵਕੀਲਾਂ ਦੇ ਨਾਲ ਸੀਨੀਅਰ ਐਡਵੋਕੇਟਸ ਦੇ ਨਾਲ ਹਾਈ ਕੋਰਟ ਦੀ ਕੰਸਲਟ ਵੀ ਕੀਤਾ ਹੈ ਤੇ ਕਿ ਸੈਕਸ਼ਨ 15 ਇਹ ਕਹਿੰਦਾ ਜੇ ਲੀਗਲੀ ਐਡਾਪਸ਼ਨ 'ਚ ਆਏ ਹੋ ਤਾਂ ਉਸ ਨੂੰ ਕੈਂਸਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਰਿਵੋਕ ਨਹੀਂ ਕੀਤਾ ਜਾ ਸਕਦਾ, ਇਰੀਵੋਕੇਬਲ ਹੈ, ਉਹ ਵਾਪਸ ਨਹੀਂ ਹੋ ਸਕਦਾ। ਤੇ ਮੈਂ ਸਰ ਮੈਡਮ ਦਾ ਮੰਨਣ ਨੂੰ ਤਿਆਰ ਹੀ ਨਹੀਂ। ਦੇਖੋ ਜੀ ਅਸੀਂ ਗੱਲ ਨਹੀਂ ਕਹਿ ਰਹੇ, ਇਹ ਗੱਲ ਕੈਮਰਾ ਪਰਸਨ ਨੇ ਪਹਿਲਾਂ ਵੀ ਦਿਖਾਈ ਹੈ, ਇਹ ਖੁਦ ਇੱਕ ਸਰਕਾਰੀ ਅਧਿਕਾਰੀ ਉੱਚ ਅਧਿਕਾਰੀ ਲਿਖ ਕੇ ਭੇਜ ਰਿਹਾ ਹੈ ਇੱਕ ਦੂਜੇ ਉਸ ਤੋਂ ਸੀਨੀਅਰ ਅਧਿਕਾਰੀ ਨੂੰ। ਜਾਂ ਤਾਂ ਉਹ ਅਧਿਕਾਰੀ ਝੂਠ ਬੋਲ ਰਹੇ ਨੇ, ਠੀਕ ਹੈ, ਕਿਤੇ ਤਾਂ ਗੜਬੜ ਹੈਗੀ ਹੈ। ਸਰ ਮੈਡਮ ਦਾ ਪੱਖ ਤੁਸੀਂ ਸੁਣ ਲਿਆ? ਬਿਲਕੁਲ ਸੁਣ ਲਿਆ ਜੀ। ਮੈਂ ਤੁਹਾਨੂੰ ਅਗਲੀ ਵੀ ਦੱਸ ਦਿੰਦਾ ਕੀ ਹੋਇਆ ਵਾ ਜੀ। ਉਹ ਇਸ ਕੇਸ 'ਚੋਂ ਬਿਲਕੁਲ ਹੀ ਬਾਹਰ ਨਿਕਲਣ ਲਈ ਮੈਰਿਜ ਤੋਂ ਬਾਅਦ 'ਚ ਉਹਨਾਂ ਨੇ ਆਪਣੀ ਇੱਥੋਂ ਵਾਲੀ ਵੋਟ ਹੀ ਕੈਂਸਲ ਕਰਾ ਕੇ ਤੇ ਵਾਈਫ ਆਫ ਸੁਖਰਾਜ ਸਿੰਘ ਹੋ ਗਏ ਨੇ। ਸਰ ਲੇਕਿਨ ਜੋ ਗਲਤੀਆਂ ਕੀਤੀਆਂ ਨੇ ਉਸ ਦੇ ਅੱਖਾਂ ਥੋੜਾ ਬੰਦ ਕੀਤਾ। ਕਾਗਜ਼ਾਂ ਦੇ ਵਿੱਚ ਫਾਦਰ ਆਫ ਦਾ ਨਾਮ ਹੀ ਖਤਮ ਹੋ ਗਿਆ। ਸਰ ਉਹ ਤਾਂ ਖਤਮ ਹੋ ਗਿਆ ਜੀ, ਲੇਕਿਨ ਜਿਹੜੇ ਇਹ ਕਾਗਜ਼ ਖੁਦ ਬੋਲ ਰਹੇ ਨੇ ਸਰਕਾਰੀ ਕਾਗਜ਼ ਨਹੀਂ, ਤੁਸੀਂ ਤਾਂ ਬਣਾਏ ਨਹੀਂ ਕਰੋ ਇਹ ਕਾਗਜ਼ ਤਾਂ ਬੋਲਦੇ ਨੇ ਜੀ, ਪਰ ਜਿਵੇਂ ਬਲਕਾਰ ਸਿੱਧੂ ਜੀ ਸਵਾਲਾਂ ਦਾ ਜਵਾਬ ਹੀ ਨਹੀਂ ਦਿੰਦੇ, ਸਵਾਲਾਂ ਦਾ ਜਵਾਬ ਹੀ ਨਹੀਂ ਦਿੰਦੇ। ਮੈਂ ਤਾਂ ਜੋ ਕਾਗਜ਼ ਤੇ ਲਿਖਿਆ ਸਰਕਾਰੀ ਮੈਂ ਉਹ ਪੜ੍ਹ ਕੇ ਸੁਣਾ ਰਹੇ ਹਾਂ। ਆਫਿਸ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਬਠਿੰਡਾ, ਉਹਨਾਂ ਦੇ ਲੈਟਰ ਹੈਡ ਤੇ ਲਿਖਿਆ ਹੋਇਆ ਹੈ, ਉਹ ਮੈਂ ਪੜ੍ਹ ਕੇ ਸੁਣਾ ਰਿਹਾ, ਮੰਨਣ ਨੂੰ ਤਿਆਰ ਨਹੀਂ। ਦੇਖੋ ਜੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਇਹ ਗੱਲ ਤਾਂ ਖੁਦ ਇਸ ਲੈਟਰ ਦੇ ਵਿੱਚ ਲਿਖੀ ਹੋਈ ਹੈ। ਬਲਜਿੰਦਰ ਕੌਰ ਹੈਜ਼ ਡੈਲੀਬਰੇਟਲੀ ਮੇਡ ਫਾਲਸ ਸਟੇਟਮੈਂਟਸ। ਬਿਲਕੁਲ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ। ਇਹ ਖੁਦ ਜੋ ਨੇ ਜ਼ਿਲ੍ਹਾ ਇਲੈਕਸ਼ਨ ਆਫਿਸਰ ਕਹਿ ਰਹੇ ਆਪਣੇ ਹਨ। ਪ੍ਰਸ਼ਾਸਨ ਨੂੰ ਇੱਥੇ ਹੀ ਸਵਾਲ ਪੁੱਛਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿ ਇੱਕ ਆਮ ਬੰਦਾ, ਮਤਲਬ ਹੁਣ ਸਾਰਾ ਕੁਝ ਕਲੀਅਰ ਹੈ, ਤੁਹਾਡਾ SDM ਲਿਖ ਕੇ ਦੇ ਰਿਹਾ, DC ਲਿਖ ਕੇ ਦੇ ਰਿਹਾ, ਇਲੈਕਸ਼ਨ ਕਮਿਸ਼ਨ ਪੰਜਾਬ ਲਿਖ ਕੇ ਦੇ ਰਿਹਾ ਕਿ ਹਾਂ ਇਹ ਅਡਾਪਟ ਹੋਏ ਸੀ, ਜਾਂ ਤਾਂ ਹਿੰਦੂ ਅਡਾਪਸ਼ਨ ਐਕਟ ਖਤਮ ਹੋ ਚੁੱਕਿਆ ਇਸ ਕੰਟਰੀ ਦੇ ਵਿੱਚੋਂ। ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਮੇਰਾ ਤਾਂ ਸਿਰਫ ਇਹ ਹੈ ਵੀ ਆ ਜਿਹੜੀ ਕੰਪਲੇਂਟ ਪਾਈ ਸੀ ਵੀ ਇਹਨਾਂ ਦਾ ਗਲਤ ਵੋਟਰ ਕਾਰਡ ਹੈ, ਇਸ ਦੇ ਉੱਤੇ ਡਿਸੀਜਨ ਲੈ ਲਿੱਤਾ ਜਾਵੇ। ਜੇ ਕੱਲ ਨੂੰ ਡਿਸੀਜਨ ਲੈ ਲੈਂਦੇ ਨੇ ਤਾਂ ਮੇਰਾ ਪ੍ਰਸ਼ਾਸਨ ਨੂੰ ਇੱਕ ਸਵਾਲ ਹੈ ਵੀ ਜਿਹੜੀ ਤਨਖਾਹ ਤੇ ਜਿਹੜੇ ਭੱਤੇ ਤੇ ਜਿਹੜੀਆਂ ਗੱਡੀਆਂ, ਜਿਹੜਾ ਤੇਲ ਤੇ ਜਿੰਨਾ ਕੁਛ ਇਹਨਾਂ ਨੇ ਇੱਕ ਆਮ ਬੰਦੇ ਦੇ ਟੈਕਸ ਦਾ ਬਲਜਿੰਦਰ ਕੌਰ ਨੂੰ ਦਿੱਤਾ, ਕੱਲ ਨੂੰ ਜੇ ਵੋਟ ਇਹ ਕੈਂਸਲ ਕਰ ਦਿੰਦੇ ਨੇ ਉਹ ਮੁੜੇਗਾ ਵਾਪਸ? ਇਹ ਕਿਹਦੇ ਨਾਲ ਧੋਖਾ ਹੋਇਆ? ਨਹੀਂ ਇਹ ਤਾਂ ਆਪ, ਮੈਂ ਜਿਵੇਂ ਬਲਕਾਰ ਸਿੱਧੂ ਜੀ ਨੂੰ ਵੀ ਕਿਹਾ ਹੈ, ਤਾਂ ਆਪ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਗੱਲ ਕਰਦੇ ਨੇ। ਅਰਵਿੰਦ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਵਾਲੇ ਢੰਡੋਰਾ ਪਿੱਟਦੇ ਨੇ, ਤਾਂ ਇਹ ਕੀ ਹੋ ਰਿਹਾ? ਦੇਖੋ ਜੀ ਕਈ ਲੜਕੇ ਥੱਕ ਜਾਂਦੇ ਨੇ, ਬਲਕਾਰ ਸਿੱਧੂ ਜੀ ਥੱਕ ਕੇ ਵੀ ਕੋਈ ਸੁਣਦਾ ਨਹੀਂ, ਤਾਂ ਹੁਣ ਮੈਂ ਕੀ ਕਰਾਂ, ਮੈਂ ਬੋਲਣਾ ਨਹੀਂ। ਥੱਕ ਕੇ ਹਟਕਾ ਨੂੰ ਗਏ ਆ, ਥੱਕ ਕੇ ਵਾਪਸ ਉੱਥੇ ਉਸੇ ਪਾਰਟੀ ਚਲੇ ਗਏ। ਮੇਰੇ ਵਰਗੇ ਢੀਠ ਲੱਗੇ ਰਹਿੰਦੇ ਨੇ ਜੀ। ਚੰਗੀ ਗੱਲ ਹੈ ਸਰ, ਬਦਲਾਅ ਵੀ ਉਹੀ ਲੈ ਕੇ ਆਉਂਦੇ ਨੇ, ਲੇਕਿਨ ਸਵਾਲ ਬਹੁਤ ਵੱਡਾ ਹੈ। ਇਹ ਜ਼ਿਲ੍ਹਾ ਇਲੈਕਸ਼ਨ ਅਧਿਕਾਰੀ ਖੁਦ ਕਹਿ ਰਹੇ ਨੇ, ਪਰ ਪ੍ਰੋਫੈਸਰ ਬਲਜਿੰਦਰ ਕੌਰ ਜੀ ਗੱਲ ਮੰਨਣ ਨੂੰ ਤਿਆਰ ਨਹੀਂ। ਸਰਕਾਰੀ ਦਸਤਾਵੇਜ਼ ਬੋਲ ਰਹੇ ਨੇ ਪਰ ਉਹ ਮੰਨਣ ਨੂੰ ਤਿਆਰ ਨਹੀਂ। ਕੋਰਟ ਦੇ ਵਿੱਚ ਜੋ ਖੁਦ ਹਲਫੀਆ ਬਿਆਨ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੇ ਲਾਇਆ ਹੈ ਜੀ, ਉਹ ਵੀ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ, ਜੋ ਕਿ ਇਸ ਦਸਤਾਵੇਜ਼ ਵਿੱਚ ਲਿਖਿਆ ਗਿਆ ਹੈ। ਇਹ ਦੇਖੋ, ਇਹ ਦੀਵਾਨੀ ਦਾਵਾ ਬਿਆਨ ਹਲਫੀਆ ਬਲਜਿੰਦਰ ਕੌਰ ਬਤੌਰ ਗਵਾਹੀ ਮੁੱਦਈ, ਇਹ ਸਾਰਾ ਕੁਝ ਉਹਨਾਂ ਨੇ ਲਿਖ ਕੇ ਭੇਜਿਆ ਹੈ। ਇਹ ਆਪ ਲਿਖ ਕੇ ਦਿੱਤਾ ਹੈ ਕਿ ਅਮਰਜੀਤ ਸਿੰਘ ਪੁੱਤਰ ਸੋਹਨ ਸਿੰਘ ਬਿਲਾ ਸ਼ਾਦੀ ਬਿਲਾ ਔਲਾਦ ਸੀ, ਮੈਂ ਉਹਨਾਂ ਦੀ ਔਲਾਦ ਸੀ। ਇਹ ਸਾਰਾ ਕੁਝ ਲਿਖ ਕੇ ਉਹਨਾਂ ਨੇ, ਇਹ ਦੇਖੋ, ਮੈਂ ਬਲਜਿੰਦਰ ਕੌਰ ਉਮਰ 24 ਸਾਲ ਮੁਤਬੰਨਾ ਧੀ / ਲੜਕੀ ਅਮਰਜੀਤ ਸਿੰਘ, ਤੇ ਵੋਟਰ ਕਾਰਡ ਵਿੱਚ ਦਰਸ਼ਨ ਸਿੰਘ, ਵੋਟਰ ਕਾਰਡ ਵਿੱਚ ਦਰਸ਼ਨ ਸਿੰਘ। ਤੇ ਇਹ ਚੀਜ਼ਾਂ ਕੀ ਨੇ? ਮਤਲਬ ਕਿ ਤੁਸੀਂ ਖੁਦ ਕੋਰਟ ਵਿੱਚ ਕਹਿ ਰਹੇ ਹੋ, ਤੁਸੀਂ ਗੁੰਮਰਾਹ ਕਿਸ ਨੂੰ ਕਰ ਰਹੇ ਹੋ? ਫਿਰ ਜੇ ਮੁੱਦਾ ਚੁੱਕੋ ਫਿਰ ਕਹਿੰਦੇ ਹੋ ਵਿਰੋਧੀਆਂ ਨੇ ਕਰਵਾਇਆ ਹੈ ਜੀ। ਸਵਾਲ ਪੁੱਛਣ ਦਾ ਅਧਿਕਾਰ ਸਿਰਫ ਆਮ ਆਦਮੀ ਪਾਰਟੀ ਨੂੰ ਜਾਂ ਉਹਨਾਂ ਦੇ ਲੀਡਰਸ ਨੂੰ ਰਹਿ ਗਿਆ ਕਿ ਆਮ ਬੰਦਾ ਕੋਈ ਸਵਾਲ ਨਹੀਂ ਪੁੱਛ ਸਕਦਾ। ਇਹ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਗੱਲ ਕਰਨਾ ਆਮ ਆਦਮੀ ਪਾਰਟੀ ਵੱਲੋਂ ਬੜੀ ਚੰਗੀ ਗੱਲ ਹੈ, ਪਰ ਉਸ ਦੀ ਮਿਸਾਲ ਤਾਂ ਪੇਸ਼ ਕਰੋ। ਬਲਕਾਰ ਸਿੰਘ ਸਿੱਧੂ ਨੇ ਖੁਦ ਕਿਹਾ ਕਿ ਮੈਂ ਤਾਂ ਥੱਕ ਗਿਆ ਜੀ, ਤੇ ਮੁੜ ਕੇ ਉਸੇ ਪਾਰਟੀ ਚਲੇ ਗਏ, ਉਹਨਾਂ ਨੇ ਪੁੱਛਿਆ ਵੀ ਨਹੀਂ ਹੋਇਆ ਕੀ ਹੈ। ਤੇ ਜੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਰਚਨਾ ਤੁਸੀਂ ਕਰਨਾ ਚਾਹੁੰਦੇ ਹੋ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹੋ ਸਮਾਜ ਦੇ ਵਿੱਚੋਂ, ਐਟਲੀਸਟ ਇੱਕ ਮਿਸਾਲ ਤਾਂ ਕਾਇਮ ਕਰੋ ਨਾ। ਇਹ ਜੋ ਖੁਦ ਮੈਡਮ ਬਿਆਨ ਕਰ ਰਹੇ ਨੇ, ਹਲਫੀਆ ਬਿਆਨ ਦਿੱਤਾ ਹੈ ਕੋਰਟ ਦੇ ਵਿੱਚ, ਜਾਂ ਤਾਂ ਇਹਨਾਂ ਨੇ ਕੋਰਟ ਨੂੰ ਗੁੰਮਰਾਹ ਕੀਤਾ ਹੈ ਜਾਂ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਇੱਕੋ ਚੀਜ਼ ਹੋ ਸਕਦੀ ਹੈ। ਤੇ ਦੂਜੀ ਗੱਲ ਇਹ ਕਿ ਸਾਡੇ ਵੀਰ ਭੈਣ ਤੇ ਸਾਡੇ ਸੀਨੀਅਰਸ ਜੋ ਪੜ੍ਹ ਲਿਖ ਕੇ ਉੱਚ ਅਧਿਕਾਰੀ ਬਣੇ ਨੇ, ਚਾਹੇ PCS ਚਾਹੇ IAS, ਉਹਨਾਂ ਨੇ ਲਿਖ ਕੇ ਜਦੋਂ ਇਹ ਰਿਪੋਰਟ ਦਿੱਤੀ ਹੈ ਤੇ ਮੈਡਮ ਉਹਨਾਂ ਦੀ ਰਿਪੋਰਟ ਨੂੰ ਮੰਨਣ ਨੂੰ ਤਿਆਰ ਨਹੀਂ। ਤੇ ਕਲਮ ਦੀ ਤਾਕਤ ਕੀ ਹੁੰਦੀ ਹੈ, ਕੀ ਇਹ ਸਾਡੇ ਜੋ ਅਧਿਕਾਰੀ ਨੇ ਉਹ ਨਹੀਂ ਦਿਖਾ ਸਕਦੇ? ਅਧਿਕਾਰੀਆਂ ਦੇ ਵੀ ਸਵਾਲ ਉੱਠਦੇ ਨੇ ਵੀ ਆਖਰ ਉਹ ਚੁੱਪ ਕਿਉਂ ਬੈਠੇ ਨੇ, ਫਾਈਲ ਨੂੰ ਦਬਾ ਕੇ ਕਿਉਂ ਬੈਠੇ ਨੇ? ਤੇ ਉੱਤੋਂ ਜੋ ਮੈਡਮ ਦਾ ਪੱਖ ਆਇਆ ਹੈ ਉਹ ਤੁਸੀਂ ਸ਼ਾਇਦ ਸੁਣਿਆ ਹੋਵੇਗਾ, ਉਹਨਾਂ ਅਧਿਕਾਰੀਆਂ ਨੇ ਵੀ ਸ਼ਾਇਦ ਸੁਣਿਆ ਹੋਵੇਗਾ ਜਾਂ ਸੁਣਨਗੇ, ਤਾਂ ਤੁਸੀਂ
ਕਿਰਪਾ ਕਰਕੇ ਕਲਮ ਦੀ ਤਾਕਤ ਕੀ ਹੁੰਦੀ ਹੈ ਇੱਕ ਵਾਰ ਜ਼ਰੂਰ ਦੱਸੋ, ਕਿਉਂਕਿ ਇਹ ਤਾਂ ਖੁਦ ਜੋ ਜ਼ਿਲ੍ਹਾ ਚੋਣ ਅਫਸਰ ਨੇ ਉਹਨਾਂ ਨੇ ਲਿਖ ਕੇ ਭੇਜਿਆ, ਉਸ ਤੋਂ ਬਾਅਦ ਵੀ ਕੁਝ ਜੇ ਗੱਲ ਰਹਿੰਦੀ ਹੈ, ਬੜੀ ਹੈਰਾਨੀ ਵਾਲੀ ਗੱਲ ਹੈ। ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਰਚਨਾ ਕਿਉਂ ਨਾ ਇਸ ਕੇਸ ਤੋਂ ਸ਼ੁਰੂ ਕੀਤੀ ਜਾਵੇ, ਕਿਉਂਕਿ ਇੱਕ ਆਮ ਬੰਦਾ, ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਉਹ ਖਾਸ ਬੰਦਿਆਂ ਦੀ ਕੁਝ ਪਾਰਟੀ ਹੋ ਚੁੱਕੀ ਹੈ, ਪਰ ਮੈਂ ਆਮ ਬੰਦੇ ਦੀ ਹਰਮਿਲਾਪ ਸਿੰਘ ਗਰੇਵਾਲ ਦੀ ਗੱਲ ਕਰ ਰਿਹਾ ਜੋ ਜੰਗ ਲੜ ਰਹੇ ਨੇ, ਕਿ ਇਹਨਾਂ ਦੀ ਇਸ ਜੰਗ ਦਾ ਮੁਕੰਮਲ ਅੰਤ ਹੋਵੇਗਾ, ਇਹਨਾਂ ਨੂੰ ਜਿੱਤ ਮਿਲੇਗੀ ਜਾਂ ਫਿਰ ਸੱਚ ਨੂੰ ਜਿੱਤ ਮਿਲੇਗੀ, ਇਹ ਸਮਾਂ ਦੱਸੇਗਾ, ਜਾਂ ਫਿਰ ਧਨਾਡਾਂ ਦੇ ਅੱਗੇ, ਕੁਰਸੀ ਵਾਲਿਆਂ ਦੇ ਅੱਗੇ, ਲੀਡਰਾਂ ਦੇ ਅੱਗੇ ਇਨਸਾਫ ਹਾਰ ਜਾਵੇਗਾ। ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ, ਚੰਡੀਗੜ੍ਹ।